ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸਾਹਿਬ ਭਾਣੇ ਨਰ ਪਠਿਓ, ਆਪਣੋ ਪੁੱਤਰ ਹਕਾਰ। ਸ਼੍ਰਵਣ ਨਾਮ ਤਿਸ ਕੋ ਅਹੈ, ਬ੍ਰਿਧ ਕੇ ਬੰਸ ਉਧਾਰ। ਸਾਹਿਬ ਭਾਣੇ ਨਰ ਪਠਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਵਾਰੀ ਸਾਧ ਸੰਗਤ, ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸ਼ਾਮ ਦਾ ਦੀਵਾਨ ਸਜਿਆ ਹੈ, ਜਿਸ ਦੇ ਅੰਦਰ ਆਪ ਜੀ ਗੁਰ ਇਤਿਹਾਸ ਦੀ ਕਥਾ ਹਰ ਰੋਜ਼ ਸ਼ਰਵਣ ਕਰਦੇ ਹੋ। ਕੱਲ੍ਹ ਦੇ ਪ੍ਰਸੰਗ ਵਿੱਚ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਜੋਤੀ ਜੋਤ ਸਮਾਉਣ ਦਾ ਪ੍ਰਸੰਗ ਆਪ ਜੀ ਨੇ ਸ਼ਰਵਣ ਕੀਤਾ। ਅੱਜ ਸਤਵੇਂ ਪਾਤਸ਼ਾਹ ਧੰਨ ਗੁਰੂ ਹਰਿਰਾਏ ਸਾਹਿਬ ਮਹਾਰਾਜ ਜੀ, ਉਹਨਾਂ ਨੇ ਸੰਸਾਰ 'ਤੇ ਜੋ ਪਰਉਪਕਾਰ ਕੀਤੇ, ਆਓ ਉਸ ਇਤਿਹਾਸ ਦੇ ਨਾਲ ਸਾਂਝ ਪਾਈਏ। ਸਾਰੀ ਹੀ ਸੰਗਤ ਨੂੰ ਬੇਨਤੀ ਹੈ ਕਿ ਗੁਰੂ ਦਰਬਾਰ ਵਿੱਚ ਜਦੋਂ ਆਈਏ ਆਪਾਂ ਗੁਰੂ ਸਾਹਿਬ ਦੇ ਕੋਲ ਆ ਕੇ ਬੈਠਿਆ ਕਰੀਏ, ਦੂਰ ਦੂਰ ਨਾ ਬੈਠੀਏ, ਕਿਉਂਕਿ ਬਾਣੀ ਸਮਝਾਉਂਦੀ ਹੈ। ਆਪਾਂ ਇਹ ਬਚਨ ਰੋਜ਼ ਪੜ੍ਹਦੇ ਹਾਂ ਕਿ ਸੱਜਣ ਸੱਚਾ ਪਾਤਸ਼ਾਹ, ਸਿਰ ਸ਼ਾਹਾਂ ਦਾ ਸ਼ਾਹੋ, ਜਿਸ ਪਾਸ ਬੈਠਿਆ ਸੋਹੀ ਹੈ, ਸਭਨਾ ਦਾ ਵਿਸਾਹੋ। ਸਤਿਗੁਰ ਦੇ ਕੋਲ ਬੈਠਿਆਂ ਚੰਗੇ ਲੱਗੀਦਾ। ਇਸ ਕਰਕੇ ਇਹ ਨਹੀਂ ਕਿ ਕੋਈ ਸਿੱਖ ਇੱਥੇ ਬੈਠਾ, ਕੋਈ ਪਿਛਲੇ ਪਾਸੇ ਜਾ ਕੇ ਬੈਠਾ। ਗੁਰਬਾਣੀ ਨੇ ਸਾਨੂੰ ਸਮਝਾਇਆ ਕਿ ਸਤਿਗੁਰ ਦੇ ਕੋਲ ਬਹਿਣਾ ਕਿਵੇਂ ਹੈ। ਸਤ ਸੰਗਤ ਮਿਲ ਰਹੀਏ ਮਾਧੋ, ਜੈਸੇ ਮਦਪ ਮਖੀਰਾ। ਸਤ ਸੰਗਤ ਵਿੱਚ ਇਵੇਂ ਬੈਠਣਾ ਚਾਹੀਦਾ ਹੈ ਜਿਵੇਂ ਸ਼ਹਿਦ ਦੀਆਂ ਮੱਖੀਆਂ ਸ਼ਹਿਦ ਦੇ ਛੱਤੇ ਨਾਲ ਜੁੜ ਕੇ ਬੈਠਦੀਆਂ। ਉਹਨਾਂ ਵਿੱਚ ਵੇਖਿਆ ਜਾਂਦਾ ਕਿਤੇ ਕੋਈ ਭਿੰਨ ਹੈ, ਭੇਦ ਹੈ। ਇਸ ਕਰਕੇ ਗੁਰੂ ਸਵਾਰਿਓ, ਧੰਨਵਾਦ, ਤੁਸੀਂ ਬੇਨਤੀ ਨੂੰ ਮੰਨਿਆ। ਆਓ ਗੁਰਮੁਖਾਂ ਪਾਸੋਂ ਆਪਾਂ ਗੁਰ ਇਤਿਹਾਸ ਸਰਵਣ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸਾਹਿਬ ਭਾਣੇ ਨਰ ਪਠਿਓ, ਆਪਣੋ ਪੁੱਤਰ ਹਕਾਰ। ਭਾਣੇ ਸਾਹਿਬ ਨੇ ਆਪਣੇ ਪੁੱਤਰ ਨੂੰ ਬੁਲਾਉਣ ਵਾਸਤੇ ਮਨੁੱਖਾਂ ਨੂੰ ਭੇਜਿਆ, ਨਰਾਂ ਨੂੰ ਭੇਜਿਆ। ਭਾਣਾ ਸਾਹਿਬ ਕੌਣ ਨੇ ਜੀ? ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਦਾ ਪੁੱਤਰ। ਕਿਉਂਕਿ ਜਦੋਂ ਬਾਬਾ ਬੁੱਢਾ ਸਾਹਿਬ ਜੀ ਚਲਾਣਾ ਕਰ ਗਏ, ਉਸ ਤੋਂ ਬਾਅਦ ਉਹਨਾਂ ਦੇ ਪੁੱਤਰ ਭਾਣਾ ਜੀ ਨੇ ਸਾਰੀਆਂ ਗੁਰਿਆਈ ਦੀਆਂ ਰਸਮਾਂ ਨਿਭਾਉਂਦੇ ਰਹੇ। ਅਤੇ ਹੁਣ ਭਾਣਾ ਸਾਹਿਬ ਵੀ ਬਿਰਧ ਹੋ ਚੁੱਕੇ ਆ, ਸੰਸਾਰ ਤੋਂ ਉਹਨਾਂ ਦੇ ਜਾਣ ਦਾ ਸਮਾਂ ਆ ਗਿਆ। ਇਸ ਕਰਕੇ ਉਹਨਾਂ ਨੇ ਆਪਣੇ ਪੁੱਤਰ ਨੂੰ ਬੁਲਾਉਣ ਵਾਸਤੇ ਮਨੁੱਖਾਂ ਨੂੰ ਭੇਜਿਆ ਹੈ। ਸ਼੍ਰਵਣ ਨਾਮ ਤਿਸ ਕੋ ਅਹੈ, ਬ੍ਰਿਧ ਕੇ ਬੰਸ ਉਧਾਰ। ਬਾਬਾ ਬੁੱਢਾ ਸਾਹਿਬ ਦੀ ਸੰਤਾਨ ਦਾ ਨਾਮਕਰਨ ਕੀ ਹੈ, ਸੁਣੋ ਜੀ। ਕਿੰਨਾ ਸੋਹਣਾ ਕਵੀ ਸੰਤੋਖ ਸਿੰਘ ਜੀ ਨੇ ਦੱਸਿਆ ਕਿ ਬਾਬਾ ਬੁੱਢਾ ਜੀ ਦੇ ਪੁੱਤਰ ਨੇ ਭਾਈ ਭਾਣਾ ਜੀ, ਤੇ ਭਾਣਾ ਜੀ ਦੇ ਪੁੱਤਰ ਨੇ ਸ਼੍ਰਵਣ ਜੀ। ਸ਼੍ਰਵਣ ਜੀ ਬਾਬਾ ਬੁੱਢਾ ਜੀ ਦੀ ਅੰਸ਼ ਵੰਸ਼ ਦੇ ਵਿੱਚੋਂ ਉਹਨਾਂ ਨੂੰ ਬੁਲਾਇਆ ਗਿਆ ਹੈ। ਚੌਪਈ ਕੀਰਤਪੁਰ ਮਹਿ ਸੋ ਚਲ ਆਇਓ। ਕੀਰਤਪੁਰ ਦੇ ਵਿੱਚ ਭਾਈ ਸ਼੍ਰਵਣ ਜੀ ਚੱਲ ਕੇ ਆਏ ਹਨ। ਗੁਰ ਜਸ ਭੱਲੇ ਭਾਖ ਸਮਝਾਇਓ। ਗੁਰੂ ਦਾ ਜਸ ਬਾਬਾ ਜੀ ਨੇ, ਭਾਣਾ ਜੀ ਨੇ ਕਹਿ ਕੇ ਆਪਣੇ ਪੁੱਤਰ ਨੂੰ ਸਮਝਾਇਆ ਹੈ। ਸ਼੍ਰੀ ਹਰਿ ਰਾਏ ਬਾਹੋਂ ਪਕਰਾਈ।
ਧੰਨ ਗੁਰੂ ਹਰਿ ਸਾਹਿਬ ਮਹਾਰਾਜ ਨੂੰ ਕਿਰਪਾ ਕਰਕੇ ਬੇਨਤੀ ਕਰਕੇ ਆਖਿਆ ਕਿ ਮੇਰੇ ਪੁੱਤਰ ਦੀ ਤੁਸੀਂ ਬਾਹ ਪਕੜ ਲਵੋ। ਆਪਣੇ ਨਿਕਟ ਰਖੋ ਸੁਖਦਾਈ। ਐ ਸੁੱਖਾਂ ਦੇ ਦਾਤੇ ਗੁਰੂ ਹਰਿ ਸਾਹਿਬ ਮਹਾਰਾਜ ਆਪ ਜੀ ਕਿਰਪਾ ਕਰੋ, ਮੇਰੇ ਪੁੱਤਰ ਦੀ ਬਾਹ ਫੜੋ, ਆਪਣੇ ਕੋਲ ਰੱਖ ਲਵੋ। ਆਪ ਕਰੀ ਭਾਨੇ ਪਗ ਨਮੋ। ਭਾਈ ਭਾਨਾ ਜੀ ਨੇ ਧੰਨ ਗੁਰੂ ਹਰਿ ਸਾਹਿਬ ਜੀ ਦੇ ਚਰਨਾਂ ਤੇ ਨਮਸਕਾਰ ਕੀਤੇ। ਗੁਰ ਤੇ ਵਿਦਾ ਹੋਏ ਤਿਹ ਸਮੋ। ਔਰ ਨਮਸਕਾਰ ਕਰਕੇ ਗੁਰੂ ਜੀ ਕੋਲੋਂ ਵਿਦਾਇਗੀ ਲੈ ਕੇ ਉਸ ਸਮੇਂ ਚੱਲ ਪਏ ਹਨ। ਪਹੁੰਚਿਓ ਆਪਨ ਗ੍ਰਾਮ ਰਮਦਾਸ। ਭਾਈ ਭਾਣਾ ਜੀ ਆਪਣੇ ਨਗਰ ਆਪਣੇ ਪਿੰਡ ਰਮਦਾਸ ਵਿਖੇ ਆ ਗਏ ਹਨ। ਕੀਰਤਿਕ ਸਮੋ ਸਦਨ ਮਹਿ ਬਾਸ। ਕਿੰਨਾ ਸਮਾਂ ਹੀ ਭਾਣਾ ਜੀ ਨੇ ਆਪਣੇ ਘਰ ਦੇ ਵਿੱਚ ਨਿਵਾਸ ਕੀਤਾ। ਤਨ ਕੋ ਤਿਆਗ ਗੁਰੂਪੁਰ ਗਇਓ। ਹੁਣ ਸਮਾਂ ਆ ਗਿਆ ਹੈ, ਭਾਣਾ ਜੀ ਚਲਾਣਾ ਕਰ ਗਏ, ਗੁਰਪੁਰੀ ਨੂੰ ਸਿਧਾਰ ਗਏ ਹਨ। ਬ੍ਰਹਮ ਗਿਆਨ ਕੋ ਜਿਹ ਸੁਖ ਭਇਓ। ਜਿਨ੍ਹਾਂ ਨੇ ਬ੍ਰਹਮ ਗਿਆਨ ਦਾ ਸੁਖ ਗੁਰੂ ਸਾਹਿਬ ਦੀ ਸੰਗਤ ਕਰਕੇ ਪ੍ਰਾਪਤ ਕੀਤਾ। ਕੀਰਤਪੁਰ ਮਹਿ ਸ੍ਰੀ ਹਰਿ ਰਾਏ। ਸਤਵੇਂ ਪਾਤਸ਼ਾਹ ਧੰਨ ਗੁਰੂ ਹਰਿ ਸਾਹਿਬ ਜੀ ਕੀਰਤਪੁਰ ਸਾਹਿਬ ਵਿੱਚ ਬਿਰਾਜਮਾਨ ਹਨ। ਰਹੇ ਬਿਰਾਜਤ ਗੁਰਤਾ ਪਾਏ। ਗੁਰਗੱਦੀ ਨੂੰ ਪ੍ਰਾਪਤ ਕਰਕੇ ਗੁਰੂ ਹਰਿ ਸਾਹਿਬ ਜੀ ਕੀਰਤਪੁਰ ਵਿੱਚ ਨਿਵਾਸ ਰੱਖਦੇ। ਸੂਰਜ ਮਲ ਰਹਿ ਨਿਕਟ ਸਦੀਵਾ। ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪੁੱਤਰ ਸੂਰਜ ਮਲ ਗੁਰੂ ਹਰਿ ਸਾਹਿਬ ਜੀ ਦੇ ਹਮੇਸ਼ਾ ਹੀ ਨਾਲ ਰਹਿੰਦਾ ਹੈ। ਕਹੇ ਪਿਤਾ ਕੇ ਕਰ ਮਨ ਨੀਵਾ। ਮਨ ਨੂੰ ਨੀਵਾਂ ਕਰਕੇ ਜੋ ਗੁਰੂ ਹਰਗੋਬਿੰਦ ਸਾਹਿਬ ਪਿਤਾ ਜੀ ਨੇ ਹੁਕਮ ਕੀਤਾ ਸੀ ਉਹਨੂੰ ਸੱਤ ਕਰਕੇ ਮੰਨਦੇ ਹਨ। ਕੀਰਤਿਕ ਮਾਸ ਬਤੀਤੇ ਜਬੈ। ਜਦੋਂ ਕੁਝ ਮਹੀਨੇ ਬਤੀਤ ਹੋ ਗਏ ਹਨ, ਮਰਵਾਹੀ ਤਨ ਤਿਆਗਿਓ ਤਬੈ। ਮਾਤਾ ਮਰਵਾਹੀ ਜੀ ਉਹਨਾਂ ਨੇ ਵੀ ਸਰੀਰ ਨੂੰ ਤਿਆਗ ਦਿੱਤਾ। ਜਥਾ ਜੋਗ ਤਿਹ ਕੋ ਸੰਸਕਾਰਾ। ਮਾਤਾ ਜੀ ਦਾ ਜਥਾ ਜੋਗ ਸੰਸਕਾਰ ਕੀਤਾ ਗਿਆ। ਕਰਮ ਕਰਾਏ ਪੁੱਤਰ ਤਬ ਸਾਰਾ। ਸਾਰੇ ਹੀ ਪੁੱਤਰ ਨੇ ਉਹ ਕਰਮ ਕੀਤੇ ਜੋ ਮਾਤਾ ਪਿਤਾ ਨਿਮਿਤ ਕੀਤੇ ਜਾਂਦੇ ਹਨ। ਦੀਨ ਸਦਾਨ ਅਧਿਕ ਤਿਸ ਕਾਲਾ। ਇਸ ਤਰੀਕੇ ਦੇ ਨਾਲ ਕਿੰਨਾ ਸਮਾਂ ਹੀ ਬਤੀਤ ਗਿਆ। ਸਾਧ ਦਿਜਨ ਤ੍ਰਿਪਤਾ ਵਹਿ ਜਾਲਾ। ਸਾਧੂ ਜਨਾਂ ਨੂੰ ਬ੍ਰਾਹਮਣ ਵੀਰਾਂ ਨੂੰ ਭੋਜਨ ਛਕਵਾਇਆ ਗਿਆ, ਉਹਨਾਂ ਨੂੰ ਤ੍ਰਿਪਤ ਕੀਤਾ ਗਿਆ। ਜਿਹਨੇ ਆਏ ਸਿੱਖੈ ਮਸੰਦ। ਜਿਹੜੇ ਸਿੱਖ ਔਰ ਮਸੰਦ ਗੁਰੂ ਘਰ ਦੇ ਪ੍ਰਚਾਰਕ ਪਹਿਲਾਂ ਨਹੀਂ ਸਨ ਆਏ। ਪੁਨ ਸੁਧ ਸੁਨ ਸ੍ਰੀ ਹਰਿਗੋਬਿੰਦ। ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਚਲਾਣਾ ਸੁਣਿਆ, ਜੋਤੀ ਜੋਤ ਸਮਾਉਣ ਬਾਰੇ ਖਬਰ ਸੁਣੀ, ਤੇ ਉਹ ਸਾਰੇ ਹੀ ਸੁਧ ਲੈਣ ਲਈ ਚੱਲ ਕੇ ਆਏ ਹਨ। ਕੀਰਤਿਕ ਸੰਮਤ ਮਹਿ ਚੱਲ ਆਵਤ। ਕਿੰਨਾ ਹੀ ਸਮਾਂ ਉਹ ਚੱਲ ਚੱਲ ਕੇ ਆਉਂਦੇ ਰਹੇ। ਕਾਸ਼ਟ ਮਾਸ ਮਹਿ ਕੋ ਦਰਸਾਵਤ। ਕਵੀ ਜੀ ਕਹਿੰਦੇ 6 ਮਹੀਨਿਆਂ ਤੱਕ ਸਤਿਗੁਰ ਦੇ ਦਰਸ਼ਨ ਕਰਨ ਲਈ ਆਉਂਦੇ ਰਹੇ। ਸੋ ਸਭ ਲਏ ਅਕੋਰਨ ਆਏ। ਸਾਰੇ ਹੀ ਆਪੋ ਆਪਣੀਆਂ ਭਿਟਾਵਾਂ ਲੈ ਕੇ ਆਏ ਹਨ। ਭਗਤੂ ਬਹਿਲੋ ਸਿੱਖ ਸਮੁਦਾਏ। ਜਿਨ੍ਹਾਂ ਵਿੱਚ ਮੁਖੀ ਸਿੱਖਾਂ ਦੇ ਨਾਮ ਆ ਜੀ ਭਾਈ ਭਗਤੂ ਜੀ ਤੇ ਭਾਈ ਬਹਿਲੋ ਜੀ। ਇਹ ਭਾਈ ਬਹਿਲੋ ਜੀ ਉਹੀ ਆ ਜਦੋਂ ਹਰਮੰਦਰ ਸਾਹਿਬ ਦਾ ਨਿਰਮਾਣ ਹੋ ਰਿਹਾ ਜੀ, ਤੇ ਭਾਈ ਬਹਿਲੋ ਜੀ ਨੂੰ ਪਤਾ ਲੱਗਿਆ, ਇਹਨਾਂ ਨੇ ਅੱਗੇ ਹੋ ਕੇ ਸੇਵਾ ਕੀਤੀ। ਲੱਕੜੀ ਇਕੱਠੀ ਕਰਨੀ, ਕਾਗਜ਼ ਦੇ ਟੁਕੜੇ ਇਕੱਠੇ ਕਰਨੇ, ਤਾਂ ਕਿ ਗੁਰੂ ਘਰ ਦੀਆਂ ਇਮਾਰਤਾਂ ਵਾਸਤੇ ਇੱਟਾਂ ਤਿਆਰ ਹੋਣ। ਇੰਨੀ ਨਿਸ਼ਕਾਮ ਸੇਵਾ ਕੀਤੀ ਕਿ ਗੁਰੂ ਅਰਜਨ ਦੇਵ ਮਹਾਰਾਜ ਨੇ ਬਚਨ ਕੀਤਾ, ਭਾਈ ਬਹਿਲੋ ਸਭ ਤੋਂ ਪਹਿਲੋਂ, ਭਾਈ ਬਹਿਲੋ ਜੀ
ਤੁਸੀਂ ਸੇਵਾ ਵਿੱਚ ਇੱਕ ਨੰਬਰ ਲੈ ਲਿਆ, ਪਹਿਲੇ ਨੰਬਰ ਤੇ ਆ ਗਏ। ਇੰਨੀ ਸੇਵਾ ਕਮਾਈ। ਗੁਰੂ ਹਰਿ ਸਾਹਿਬ ਜੀ ਦੇ ਦਰਸ਼ਨ ਕਰਨ ਲਈ ਭਾਈ ਭਗਤੂ ਜੀ ਪਹੁੰਚੇ ਆ, ਸੰਗਤ ਜੀ ਭਾਈ ਬਹਿਲੋ ਜੀ ਪਹੁੰਚੇ ਆ। ਭਾਈ ਭਗਤੂ ਜੀ ਕੌਣ ਆ? ਆਪਾਂ ਹੁਣ ਗੁਰੂ ਰਾਮਦਾਸ ਜੀ ਦਾ ਗੁਰਪੁਰਬ ਮਨਾਉਣਾ ਜੀ। ਗੁਰੂ ਰਾਮਦਾਸ ਜੀ ਦੇ ਕੋਲ ਆਏ ਨੇ, ਇਹਨਾਂ ਦੇ ਵੱਡ ਵਡੇਰੇ ਭਾਈ ਆਦਮ ਜੀ, ਤੇ ਆ ਕੇ ਸੰਗਤ ਜੀ ਸੇਵਾ ਕਰਦੇ ਰਹੇ। ਘਰੇ ਸੰਤਾਨ ਕੋਈ ਨਹੀਂ ਸੀ, ਤੇ ਮਨ ਵਿੱਚ ਸੰਗ ਮਹਿਸੂਸ ਕੀਤੀ, ਸ਼ਰਮ ਮਹਿਸੂਸ ਕੀਤੀ ਕਿ ਮੈਂ ਹੁਣ ਬਿਰਧ ਹੋ ਗਿਆ ਹਾਂ, ਕਿਵੇਂ ਮੰਗਾ ਗੁਰੂ ਦੇ ਕੋਲੋਂ ਪੁੱਤਰ। ਸਾਧ ਸੰਗਤ ਗੁਰੂ ਰਾਮਦਾਸ ਜੀ ਦਇਆ ਦੇ ਘਰ ਵਿੱਚ ਆਏ, ਤੇ ਭਾਈ ਆਦਮ ਦੇ ਘਰੇ ਜਿਹੜਾ ਪੁੱਤਰ ਹੋਇਆ, ਸਾਧ ਸੰਗਤ ਸੱਚੇ ਪਾਤਸ਼ਾਹ ਨੇ ਕਿਹਾ ਉਹਦਾ ਨਾਮ ਭਗਤੂ ਰੱਖਿਓ। ਇਹ ਭਾਈ ਭਗਤੂ ਉਹੀ ਹੈ ਜਿਹੜੇ ਚੱਲ ਕੇ ਹੁਣ ਕੀਰਤਪੁਰ ਸਾਹਿਬ ਗੁਰੂ ਸਾਹਿਬ ਦੇ ਦਰਸ਼ਨਾਂ ਨੂੰ ਪਹੁੰਚੇ ਹਨ। ਨਿਜ ਨਿਜ ਸੰਗਤ ਕੋ ਸੰਗ ਲਿਆਏ। ਕੱਲੇ ਆਪ ਨਹੀਂ ਆਏ, ਗੁਰੂ ਕੀਆਂ ਸੰਗਤਾਂ ਨੂੰ ਵੀ ਪ੍ਰੇਰਨਾ ਕਰਕੇ ਗੁਰੂ ਦਰਬਾਰ ਵਿੱਚ ਪਹੁੰਚੇ ਹਨ। ਪੂਜੇ ਚਰਨ ਗੁਰੂ ਹਰਿ ਰਾਏ। ਗੁਰੂ ਹਰਿ ਸਾਹਿਬ ਮਹਾਰਾਜ ਜੀ ਦੇ ਚਰਨਾਂ ਨੂੰ ਪੂਜਦੇ ਹਨ। ਵੈਸਾਖੀ ਅਰ ਦੀਪਕ ਮਾਲਾ। ਵੈਸਾਖੀ ਤੇ ਦੀਵਾਲੀ ਤੇ ਦੋ ਸਮਿਆਂ ਤੇ ਇਕੱਠ ਹੋਣਾ ਸ਼ੁਰੂ ਹੋਇਆ ਸੀ ਸੰਗਤ ਜੀ। ਗੁਰੂ ਅਮਰਦਾਸ ਪਿਤਾ ਜੀ ਨੇ ਗੋਇੰਦਵਾਲ ਸਾਹਿਬ ਦੇ ਵਿੱਚ ਇਹ ਇਕੱਠ ਕਰਨਾ ਸ਼ੁਰੂ ਕੀਤਾ ਤਾਂ ਕਿ ਸੰਗਤਾਂ ਦਾ ਆਪਸ ਵਿੱਚ ਮੇਲ ਮਿਲਾਪ ਵਧੇ। ਗੁਰੂ ਅਮਰਦਾਸ ਤੋਂ ਬਾਅਦ ਜਿੱਥੇ ਜਿੱਥੇ ਵੀ ਗੁਰੂ ਸਾਹਿਬਾਨ ਵਿਚਰਦੇ ਰਹੇ, ਉਸ ਸਥਾਨ ਤੇ ਸਾਧ ਸੰਗਤ ਜੀ ਇਹ ਇਕੱਠ ਹੁੰਦੇ ਰਹੇ। ਤੇ ਹੁਣ ਕੀਰਤਪੁਰ ਸਾਹਿਬ ਦੇ ਵਿੱਚ ਜ਼ਿਕਰ ਆਇਆ ਹੈ ਕਿ ਵਿਸਾਖੀ ਤੇ ਦੀਵਾਲੀ, ਜਿਨ੍ਹਾਂ ਨੂੰ ਆਪਾਂ ਬੰਦੀ ਛੋੜ ਦਿਵਸ ਕਹਿੰਦੇ ਆ, ਇਹਨਾਂ ਦੋਨਾਂ ਸਮਿਆਂ ਦੇ ਉੱਪਰ ਇਕੱਠ ਹੁੰਦਾ ਹੈ। ਆਨ ਮਿਲੇ ਕੀਰਤਪੁਰ ਜਾਲਾ। ਸਾਰੇ ਹੀ ਆ ਕੇ ਕੀਰਤਪੁਰ ਦੇ ਵਿੱਚ ਗੁਰੂ ਹਰਿ ਸਾਹਿਬ ਦੇ ਦਰਸ਼ਨ ਕਰਦੇ ਹਨ। ਮਨੋ ਕਾਮਨਾ ਚਾਹੇ ਸੋ ਪਾਵੈ। ਜਿਸ ਤਰ੍ਹਾਂ ਦੇ ਕਿਸੇ ਦੇ ਮਨ ਦੀ ਮਨੋਰਥ ਹੁੰਦੀ ਹੈ, ਉਸੇ ਤਰੀਕੇ ਨਾਲ ਗੁਰੂ ਹਰਿ ਸਾਹਿਬ ਤੋਂ ਇਹ ਪ੍ਰਾਪਤ ਕਰਦੇ ਹਨ। ਕਰਾਮਾਤ ਕਾਮਲ ਦਰਸਾਵੈ। ਸਤਿਗੁਰੂ ਜੀ ਕਰਾਮਾਤਾਂ ਦੇ ਬਖਸ਼ਾਂ ਦੇ ਭੰਡਾਰ ਹਨ। ਸੂਰਜ ਮਲ ਪ੍ਰਾਪਤ ਸੁਖ ਰਾਸਾ। ਸੂਰਜ ਮਲ ਵੀ ਸਤਿਗੁਰ ਦੇ ਕੋਲੋਂ ਸਾਰੇ ਹੀ ਸੁਖ ਪ੍ਰਾਪਤ ਕਰਦਾ ਹੈ। ਬੈਠੇ ਬਿਕਸ ਭਤੀਜੇ ਪਾਸਾ। ਰਿਸ਼ਤੇਦਾਰੀ ਵਿੱਚ ਗੁਰੂ ਹਰਿ ਸਾਹਿਬ ਜੀ ਉਹਨਾਂ ਦੇ ਭਤੀਜੇ ਲੱਗਦੇ ਹਨ। ਉਹ ਆਪਣੇ ਭਤੀਜੇ ਕੋਲ ਬੈਠੇ ਰਹਿੰਦੇ ਹਨ। ਚਾਹੇ ਸੋ ਪਾਵੈ ਵਸਤ ਮਹਾਨਾ। ਜੋ ਵੀ ਵਸਤੂ ਗੁਰੂ ਹਰਿ ਸਾਹਿਬ ਤੋਂ ਮੰਗਦੇ ਨੇ ਉਹੀ ਪ੍ਰਾਪਤ ਹੋ ਜਾਂਦੀ ਹੈ, ਕਿਉਂਕਿ ਸੰਗਤ ਜੀ ਬਾਣੀ ਸਮਝਾਉਂਦੀ ਹੈ, ਇੱਛਾ ਪੂਰਕ ਸਰਬ ਸੁਖ ਦਾਤਾ ਹਰ, ਜਾਂ ਕੇ ਵਸ ਹੈ ਕਾਮ ਧੇਨਾ। ਸੋ ਐਸਾ ਹਰ ਧਿਆਈਏ ਮੇਰੇ ਜੀੜੇ, ਤਾਂ ਸਰਬ ਸੁਖ ਪਾਵੈ ਮੇਰੇ ਮਨਾ। ਜਪ ਮਨ ਸਤਨਾਮ, ਸਦਾ ਸਤਨਾਮ। ਇਹਦੇ ਨਾਲ ਹੋਵੇਗਾ ਕਿ ਹਾਲਤ ਪਲਤ ਮੁਖ ਉਜਲ ਹੋਈ ਹੈ। ਨਿਤ ਧਿਆਈਏ ਹਰ ਪੁਰਖ ਨਰੰਜਨਾ। ਸੂਰਜ ਮਲ ਸਭ ਕੁਝ ਹੀ ਗੁਰੂ ਹਰਿ ਸਾਹਿਬ ਤੋਂ ਪ੍ਰਾਪਤ ਕਰਦਾ ਹੈ। ਮਿਲਿਓ ਕਰਤ ਆਪਣੀ ਗੁਜਰਾਨਾ। ਤਰੀਕੇ ਨਾਲ ਆਪਣਾ ਗੁਜ਼ਾਰਾ ਸੂਰਜ ਮਲ ਕਰ ਰਿਹਾ ਹੈ। ਜਿਮ ਸ਼੍ਰੀ ਹਰਗੋਬਿੰਦ ਟਿਗ ਆਵੈ। ਜਿਵੇਂ ਸਿੱਖ ਸੰਗਤਾਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਦਰਸ਼ਨ ਕਰਨ ਲਈ ਆਉਂਦੀਆਂ ਸਨ, ਤਿਮ ਚਹੁ ਦਿਸ਼ ਤੇ ਸਿੱਖ ਉਮਡਾਵੈ। ਇਵੇਂ ਹੀ ਚੌਂ ਪਾਸਿਆਂ ਤੋਂ ਗੁਰੂ ਹਰਿ ਸਾਹਿਬ ਦੇ ਦਰਸ਼ਨ ਕਰ ਲਈਏ, ਸਿੱਖ ਸੰਗਤ ਉਮੜ ਕੇ ਪੈ ਗਈ ਹੈ। ਕੇਤਿਕ ਚਿਤ ਮੈਂ ਚਿਤਵਤ ਬਾਤੀ। ਇਸ ਤਰੀਕੇ ਨਾਲ
ਇਹ ਅੰਦਰ ਜਿਹੜੀ ਚਿਤਵਣੀ ਹੈ, ਪਰਖਨ ਹਿਤ ਅਜਮਤ ਬਖਿਆਤੀ। ਕਈ ਲੋਕ ਗੁਰੂ ਸਾਹਿਬ ਦੀ ਅਜ਼ਮਤ ਵੀ ਪਰਖਣਾ ਚਾਹੁੰਦੇ ਆ, ਉਹਨਾਂ ਦਾ ਜ਼ਿਕਰ ਆ ਰਿਹਾ ਹੈ। ਕਰਾਮਾਤ ਰਤਨਾ ਕਰ ਭਰਿਓ। ਗੁਰੂ ਹਰਿ ਸਾਹਿਬ ਮਹਾਰਾਜ ਤੇ ਬਖਸ਼ਾਂ ਦੇ ਭੰਡਾਰ ਆ, ਸਾਗਰ ਆ, ਸਮੁੰਦਰ ਹਨ। ਕਿਮ ਸੋ ਦੁਰਹੇ ਤਰਨ ਜਨ ਚਰਿਓ। ਜਿਵੇਂ ਸੂਰਜ ਚੜਿਆ ਹੋਵੇ ਤੇ ਸੰਗਤ ਜੀ ਕਿਰਨਾਂ ਕਿਵੇਂ ਲੁਕ ਸਕਦੀਆਂ ਨੇ। ਚੌ ਚੱਕਣ ਸੰਸੈ ਜੋ ਅੰਧੇਰਾ। ਜਿਹੜਾ ਚੌਂ ਪਾਸੇ ਅੰਧਕਾਰ ਫੈਲਿਆ ਹੋਇਆ ਸੀ, ਕਰਿਓ ਦੂਰ ਨ ਲਾਗੀ ਦੇਰਾ। ਗੁਰੂ ਹਰਿ ਸਾਹਿਬ ਮਹਾਰਾਜ ਨੇ ਸਾਰਾ ਅੰਧਕਾਰ ਦੂਰ ਕਰ ਦਿੱਤਾ, ਇਹਦੇ ਵਿੱਚ ਕੋਈ ਦੇਰੀ ਨਹੀਂ ਲੱਗੀ। ਭਗਤੂ ਰਹੇ ਨਿਕਟ ਹਿਤ ਧਾਰੈ। ਭਾਈ ਭਗਤੂ ਜੀ ਹਮੇਸ਼ਾ ਹੀ ਗੁਰੂ ਸਾਹਿਬ ਦੇ ਪਿਆਰ ਵਿੱਚ ਬੱਝਾ ਹੋਇਆ, ਹਿੱਤ ਧਾਰ ਕੇ ਗੁਰੂ ਸਾਹਿਬ ਦੇ ਕੋਲ ਰਹਿੰਦਾ ਹੈ। ਪ੍ਰੇਮ ਸਹਿਤ ਦਰਸ਼ਨ ਕੋ ਕਰੈ। ਪ੍ਰੇਮਾ ਸਹਿਤ, ਭਾਵਨਾ ਸਹਿਤ, ਸ਼ਰਧਾ ਦੇ ਨਾਲ ਗੁਰੂ ਸਾਹਿਬ ਦਾ ਦਰਸ਼ਨ ਕਰਦਾ ਹੈ। ਬ੍ਰਿਧ ਭਇਓ ਬਹੁ ਬੈਸ ਬਿਹਾਈ। ਭਾਵੇਂ ਭਗਤੂ ਜੀ ਦੀ ਉਮਰ ਬਹੁਤ ਹੋ ਚੁੱਕੀ ਹੈ, ਚਾਹੇ ਗੁਰੂ ਢਿਗ ਸੇਵਕ ਮਾਈ। ਪਰ ਫਿਰ ਵੀ ਚਾਹੁੰਦਾ ਹੈ ਕਿ ਮੈਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਕੋਲ ਰਹਿ ਕੇ ਸੇਵਾ ਕਮਾ ਲਵਾਂ। ਬੀਤ ਗਇਓ ਕੇਤਿਕ ਜਬ ਸਮੋ। ਜਦੋਂ ਸੰਗਤ ਜੀ ਕਾਫੀ ਸਮਾਂ ਬਤੀਤ ਹੋ ਗਿਆ ਹੈ ਗੁਰੂ ਸਾਹਿਬ ਦੇ ਕੋਲ ਰਹਿੰਦਿਆਂ, ਰਹੇ ਨਿਕਟ ਦਰਸੇ ਕਰ ਨਮੋ। ਗੁਰੂ ਸਾਹਿਬ ਜੀ ਨੂੰ ਨਮਸਕਾਰ ਕਰਕੇ ਸਤਿਗੁਰੂ ਜੀ ਦੇ ਕੋਲ ਗਿਆ ਹੈ ਭਾਈ ਭਗਤੂ ਜੀ। ਇੱਕ ਦਿਨ ਹਾਥ ਜੋੜ ਕਰ ਕਹਿਓ। ਇੱਕ ਦਿਨ ਭਾਈ ਭਗਤੂ ਜੀ ਨੇ ਦੋਨੋਂ ਹੱਥ ਜੋੜ ਲਏ ਤੇ ਸਤਿਗੁਰ ਨੂੰ ਬੇਨਤੀ ਕਰਨ ਲੱਗਾ, ਸੇਵਾ ਬਖਸ਼ੋ ਮੈਂ ਚਿਤ ਚਾਹਿਓ। ਗੁਰੂ ਹਰਿ ਸਾਹਿਬ ਮਹਾਰਾਜ ਮੇਰਾ ਚਿੱਤ ਚਾਹੁੰਦਾ ਹੈ ਕਿ ਤੁਸੀਂ ਮੈਨੂੰ ਕੋਈ ਸੇਵਾ ਬਖਸ਼ੋ। ਬਿਨ ਸੇਵਾ ਤੇ ਬੈਸ ਅਕਾਰਥ। ਬਿਨਾਂ ਸੇਵਾ ਤੋਂ ਜਿਹੜਾ ਜੀਵਨ ਹੈ, ਉਮਰ ਹੈ, ਉਹ ਵਿਅਰਥ ਚਲੇ ਜਾਂਦੀ ਹੈ। ਮੈਂ ਨਾ ਬਿਤਾਵੋ ਕਰੋ ਸਕਾਰਥ। ਇਸ ਤਰੀਕੇ ਨਾਲ ਮੈਂ ਨਹੀਂ ਚਾਹੁੰਦਾ ਕਿ ਜਿਹੜਾ ਜੀਵਨ ਹੈ ਉਹ ਨਿਸਫਲ ਚਲਾ ਜਾਵੇ। ਮੈਂ ਸਕਾਰਥ ਕਰਨਾ ਚਾਹੁੰਦਾ ਹਾਂ। ਸੰਗਤ ਜੀ ਬਾਣੀ ਵਿੱਚ ਵੀ ਵਚਨ ਆਉਂਦਾ ਹੈ, ਗੁਰ ਸੇਵਾ ਤੇ ਭਗਤ ਕਮਾਈ, ਤਬ ਇਹ ਮਾਨਸ ਦੇਹੀ ਭਾਈ। ਭਾਈ ਜੇ ਤੇ ਤੁਸੀਂ ਗੁਰੂ ਦੀ ਸੇਵਾ ਕਰਦੇ ਹੋ, ਭਗਤੀ ਕਰਦੇ ਹੋ, ਸਮਝੋ ਮਨੁੱਖਾ ਦੇਹੀ ਮਿਲੀ ਆ, ਤੇ ਜੇ ਨਹੀਂ ਕਰਦੇ ਫਿਰ ਸਮਝੋ ਤੁਹਾਡੇ ਵਿੱਚ ਤੇ ਪਸ਼ੂਆਂ ਵਿੱਚ ਕੋਈ ਅੰਤਰ ਨਹੀਂ ਹੈਗਾ। ਇਸ ਕਰਕੇ ਗੁਰੂ ਦੀ ਸੇਵਾ ਭਾਈ ਭਗਤੂ ਜੀ ਕਹਿ ਰਹੇ ਨੇ ਬੜੀ ਮਹਾਨ ਹੈ। ਨਿਸ ਦਿਨ ਬੈਠਿਓ ਪੀ ਬਿਤ ਜਾਵੇ। ਦਿਨ ਰਾਤ ਹੀ ਇਸ ਤਰ੍ਹਾਂ ਸਤਿਗੁਰੂ ਜੀ ਮੇਰੀ ਉਮਰ ਬਤੀਤ ਹੁੰਦੀ ਜਾ ਰਹੀ ਹੈ। ਸਫਲ ਤਿਨੋ ਗੁਰ ਸੇਵ ਕਮਾਵੇ। ਮੈਂ ਗੁਰੂ ਦੀ ਸੇਵਾ ਕਰਕੇ ਆਪਣੇ ਜੀਵਨ ਨੂੰ ਸਫਲ ਕਰਨਾ ਚਾਹੁੰਦਾ ਹਾਂ। ਮਨ ਕੋ ਰਾਖਨ ਸਤਿਗੁਰ ਸਾਥ। ਆਪਣਾ ਮਨ ਸਤਿਗੁਰ ਦੇ ਸਾਥ, ਸਤਿਗੁਰ ਨੂੰ ਭੇਟਾ ਕਰਨਾ ਚਾਹੁੰਦਾ ਹਾਂ। ਗੁਰ ਸੇਵਾ ਮਹਿ ਪਗ ਅਰ ਹਾਥ। ਗੁਰੂ ਦੀ ਸੇਵਾ ਦੇ ਵਿੱਚ ਪੈਰ ਅਤੇ ਹੱਥ ਉਹੀ ਸਫਲ ਨੇ ਜਿਹੜੇ ਸੇਵਾ ਕਰਦੇ ਨੇ। ਗੁਰੂ ਹਰਗੋਬਿੰਦ ਸਾਹਿਬ, ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਸਮੇਂ ਕਈ ਸਾਖੀਆਂ ਆਉਂਦੀਆਂ ਜਿਹੜੀਆਂ ਦੱਸਦੀਆਂ ਨੇ ਕਿ ਸੇਵਾ ਕਰਨ ਦੇ ਨਾਲ ਸਾਡੇ ਹੱਥ ਤੇ ਸਾਡੇ ਪੈਰ ਸਫਲ ਹੁੰਦੇ ਆ। ਭਾਈ ਗੁਰਦਾਸ ਜੀ ਨੇ ਲਿਖਿਆ ਜੀ ਕਿ ਵਿਨ ਸੇਵਾ ਤ੍ਰਿਗ ਹੱਥ ਪੈਰ ਹੋਰ ਨਿਫਲ ਕਰਨੀ। ਜੇ ਸੇਵਾ ਨਹੀਂ ਕਰਦੇ ਸਾਡੇ ਹੱਥ ਨਿਸਫਲ, ਸਾਡੇ ਪੈਰ ਨਿਸਫਲ।
ਭਾਈ ਭਗਤੂ ਜੀ ਬੇਨਤੀ ਕਰ ਰਹੇ ਹਨ। ਤਿਨ ਕੀ ਬਾਇ ਸਕਾਰਥੀ ਹੋਵੇ। ਉਹਨਾਂ ਦੀ ਉਮਰ ਜਿਹੜੀ ਹੈ ਸਕਾਰਤ ਹੁੰਦੀ ਹੈ, ਸਫਲ ਹੁੰਦੀ ਹੈ। ਜਨਮ ਜਨਮ ਕੀ ਮਲ ਕੋ ਧੋਵੇ। ਜਿਹੜੇ ਸੇਵਾ ਕਰਦੇ ਨੇ ਉਹ ਜਨਮਾਂ ਜਨਮਾਂਤਰਾਂ ਦੀ ਮੈਲ ਧੋ ਲੈਂਦੇ ਹਨ। ਸ਼੍ਰੀ ਹਰਿ ਰਾਏ ਬ੍ਰਿਧ ਕੋ ਦੇਖ। ਗੁਰੂ ਹਰਿ ਸਾਹਿਬ ਜੀ ਨੇ ਭਾਈ ਭਗਤੂ ਜੀ ਵੱਲ ਦੇਖ ਕੇ ਹਰਖਤ ਕਰਹਿ ਬਿਲਾਸ ਬਸ਼ੇਖ। ਹਾਸੇ ਮਜ਼ਾਕ ਦੇ ਵਿੱਚ ਸਤਿਗੁਰੂ ਜੀ ਨੇ ਬਚਨ ਕੀਤਾ ਹੈ। ਆਬ ਸਹੇਰਬੋ ਚਰਖਾ ਚਾਹੀਏ। ਹੁਣ ਤੇ ਤੁਹਾਡੀ ਉਮਰ ਹੈ ਚਰਖਾ ਕੱਤਣ ਦੀ, ਭਾਵ ਤੁਹਾਡੀ ਉਮਰ ਹੈ ਕਿ ਤੁਹਾਡਾ ਹੁਣ ਵਿਆਹ ਕੀਤਾ ਜਾਵੇ। ਜਿਸ ਤੇ ਬਿਰਦਾਪਨ ਨਿਰਬਹੀਏ। ਤਾਂ ਕਿ ਬਜ਼ੁਰਗਪਨ ਦੇ ਵਿੱਚ ਤੁਹਾਡਾ ਜੀਵਨ ਸਾਥੀ ਤੁਹਾਡੇ ਕੰਮ ਆਵੇ। ਬਿਗਸਤ ਦੇਖ ਕਹੇ ਬੰਦ ਹਾਥਾ। ਸਤਿਗੁਰ ਨੂੰ ਖੁਸ਼ ਹੁੰਦਿਆਂ ਦੇਖ ਕੇ ਭਾਈ ਭਗਤੂ ਜੀ ਨੇ ਦੋਨੋਂ ਹੱਥ ਜੋੜ ਲਏ ਤੇ ਬੇਨਤੀ ਕਰਨ ਲੱਗਾ। ਸਭ ਹੋਏ ਰਾਵਰ ਮਰਜੀ ਸਾਥਾ। ਐ ਰਾਵਰ ਮਾਲਕ, ਜੋ ਤੁਹਾਡੀ ਮਰਜ਼ੀ ਹੈ, ਜੋ ਤੁਹਾਡੀ ਇੱਛਾ ਹੈ, ਸਭ ਕੁਝ ਹੋ ਸਕਦਾ ਹੈ। ਨਿਫਲ ਨ ਬਾਕ ਗੁਰੂ ਕੋ ਹੋਏ। ਗੁਰੂ ਦਾ ਬਚਨ ਕਦੇ ਵੀ ਨਿਸਫਲ ਨਹੀਂ ਜਾਂਦਾ ਹੈ। ਕਿਸ ਹਿਤ ਨਿਕਸੇ ਸਾਚੋ ਸੋਏ। ਭਾਵੇਂ ਕਿਸੇ ਵੀ ਤਰੀਕੇ ਨਾਲ ਬਚਨ ਕੀਤਾ ਹੈ, ਪਰ ਮੈਂ ਸਮਝਦਾ ਹਾਂ ਸਤਿਗੁਰੂ ਜੀ ਇਹ ਤੁਹਾਡਾ ਬਚਨ ਸੱਚਾ ਹੋਵੇਗਾ। ਅਬ ਸੇਵਾ ਨਿਜ ਘਰ ਕੀ ਦੀਜੈ। ਆ ਹੁਣ ਕਿਰਪਾ ਕਰਕੇ ਮੈਨੂੰ ਆਪਣੇ ਘਰ ਦੀ ਸੇਵਾ ਬਖਸ਼ੋ। ਸਫਲ ਸਰੀਰ ਹਮਾਰੋ ਕੀਜੈ। ਤੇ ਸਾਡੇ ਇਸ ਸਰੀਰ ਨੂੰ ਗੁਰੂ ਹਰਿ ਸਾਹਿਬ ਜੀ ਸਫਲ ਕਰ ਦੇਵੋ। ਕਹਿਓ ਗੁਰੂ ਸੇਵਾ ਸਭ ਕਰੀ। ਗੁਰੂ ਸਾਹਿਬ ਜੀ ਕਹਿਣ ਲੱਗੇ, ਗੁਰੂ ਹਰਿ ਸਾਹਿਬ ਜੀ ਕਿ ਭਾਈ ਭਗਤੂ ਜੀ ਤੁਸੀਂ ਹਰ ਪ੍ਰਕਾਰ ਦੇ ਨਾਲ ਸੇਵਾ ਕੀਤੀ ਹੈ। ਆਦਿਕ ਸਫਲਤਾ ਨਿਜ ਤਨ ਧਰੀ। ਔਰ ਸਰੀਰ ਵੀ ਤੁਹਾਡਾ ਸੇਵਾ ਕਰ ਕਰਕੇ ਸਫਲ ਹੋ ਗਿਆ ਹੈ। ਸਿੱਖਨ ਬਿਖੈ ਰੀਤ ਨਿਤ ਪਾਵਨ। ਜੋ ਸਿੱਖਾਂ ਦੇ ਅੰਦਰ ਰੀਤੀ ਹੈ ਕਿਰਤ ਕਰਨ ਦੀ, ਹਿਰਦੇ ਮਨੋਰਥ ਕਰੋ ਉਠਾਵਨ। ਆਪਣੇ ਹਿਰਦੇ ਅੰਦਰ ਉਹ ਮਨੋਰਥ ਧਾਰਨ ਕਰੋ। ਕ੍ਰਿਖੀ ਕਰਾਵੋ ਗੁਰ ਘਰ ਕੇਰੀ। ਗੁਰੂ ਘਰ ਦੀ ਜਿਹੜੀ ਖੇਤੀਬਾੜੀ ਹੈ ਉਸ ਨੂੰ ਆਪ ਜੀ ਕਰਨਾ ਕਰੋ। ਕਾਮੇ ਰਾਖ ਸਿੱਖ ਇਸ ਬੇਰੀ। ਇਸ ਕੰਮ ਵਾਸਤੇ ਤੁਸੀਂ ਮਜ਼ਦੂਰ ਵੀ ਰੱਖ ਲਵੋ ਔਰ ਸਿੱਖਾਂ ਦਾ ਵੀ ਸਹਿਯੋਗ ਲਵੋ। ਅਪਰ ਸੇਵ ਲਾਇਕ ਨਹਿ ਤੇਰੇ। ਖੇਤੀਬਾੜੀ ਤੋਂ ਬਗੈਰ ਗੁਰੂ ਹਰਿ ਸਾਹਿਬ ਜੀ ਕਹਿਣ ਲੱਗੇ ਹੋਰ ਕੋਈ ਸੇਵਾ ਤੁਹਾਡੇ ਯੋਗ ਨਹੀਂ ਹੈ। ਜ਼ਿਮੀਦਾਰ ਤੁਮ ਜਨਮ ਭਲੇਰੇ। ਕਿਉਂਕਿ ਜਨਮ ਕਰਕੇ ਤੁਸੀਂ ਕਿਸਾਨ ਹੋ। ਇਸ ਕਰਕੇ ਗੁਰੂ ਹਰਿ ਸਾਹਿਬ ਮਹਾਰਾਜ ਕਹਿਣ ਲੱਗੇ ਜਿਹੜੇ ਕਿਸਾਨ ਹੁੰਦੇ ਨੇ ਉਹਨਾਂ ਨੂੰ ਖੇਤੀਬਾੜੀ ਚੰਗੀ ਤਰ੍ਹਾਂ ਕਰਨੀ ਆਉਂਦੀ ਆ। ਆ ਗੁਰਮੁਖੋ ਸੁਣਿਓ, ਭਗਤ ਧੰਨਾ ਜੀ ਕਿਸਾਨ ਸਨ। ਉਹਨਾਂ ਨੂੰ ਪਤਾ ਸੀ ਕਿ ਪਰਮਾਤਮਾ ਦੇ ਕੋਲੋਂ ਕੀ ਮੰਗਣਾ। ਉਹਨਾਂ ਨੇ ਕੀ ਮੰਗਿਆ ਜੀ? ਕਹਿੰਦੇ ਅਨਾਜ ਮੰਗੋ ਸਤ ਸੀਕਾ। ਹੁਣ ਕਿਉਂਕਿ ਕਿਸਾਨ ਸਨ ਇਸ ਕਰਕੇ ਪਰਮਾਤਮਾ ਨੂੰ ਕਹਿੰਦੇ ਮੈਨੂੰ ਅਨਾਜ ਵੀ ਉਹ ਚਾਹੀਦਾ ਹੈ ਜਿਹੜਾ ਸੱਤਾਂ ਸੀਆਂ ਵਾਲਾ ਹੋਵੇ। 7 ਵਾਰੀ ਜਿਹੜੀ ਪੈਲੀ ਵਗ ਜਾਂਦੀ ਹੈ ਉਹਦੇ ਵਿੱਚ ਜੋ ਅਨਾਜ ਬੀਜਿਆ ਜਾਂਦਾ ਉਹ ਅਨਾਜ ਵਧੀਆ ਹੁੰਦਾ। ਤੇ ਭਗਤ ਜੀ ਕਹਿੰਦੇ 7 ਸੀ। ਇੱਕ ਵਾਰੀ ਸੀ ਲੱਗ ਜਾਣੀ, ਇੱਕ ਵਾਰੀ ਪੈਲੀ ਵਗ ਜਾਣੀ, ਕਹਿਣਾ ਇੱਕ ਸੀ ਲੱਗ ਗਈ ਆ, 2 ਸੀਆਂ 3 ਸੀਆਂ। ਹੁਣ ਗੁਰੂ ਹਰਿ ਸਾਹਿਬ ਜੀ ਵੀ ਇੱਥੇ ਕਹਿ ਰਹੇ ਆ ਭਾਈ ਭਗਤੂ ਜੀ ਤੁਸੀਂ ਜ਼ਿਮੀਂਦਾਰਾਂ ਦੇ ਬੇਟੇ ਹੋ, ਬੱਚੇ ਹੋ, ਤੇ ਤੁਹਾਡੇ ਲਈ ਜਿਹੜੀ ਸਭ ਨਾਲੋਂ ਉੱਤਮ ਸੇਵਾ ਹੈ ਉਹ ਤੁਸੀਂ ਗੁਰੂ ਹਰਿ ਸਾਹਿਬ ਮਹਾਰਾਜ
ਦੇ ਜਿਹੜਾ ਇੱਥੇ ਖੇਤੀਬਾੜੀ ਹੋ ਰਹੀ ਹੈ ਉਹਦੇ ਵਿੱਚ ਕਿਰਤ ਕਰੋ, ਖੇਤੀਬਾੜੀ ਕਰਵਾਵੋ। ਜਾਂ ਤੇ ਕ੍ਰਿਖ ਕੀ ਟਹਿਲ ਬਤਾਈ। ਇਸ ਤਰੀਕੇ ਨਾਲ ਖੇਤੀਬਾੜੀ ਦੀ ਜਿਹੜੀ ਟਹਿਲ ਹੈ ਗੁਰੂ ਹਰਿ ਸਾਹਿਬ ਜੀ ਨੇ ਦੱਸੀ ਹੈ। ਸਿੱਖ ਵਿਸਾਲ ਤੁਮ ਲਿਹੋ ਕਮਾਈ। ਇਹ ਜਿਹੜੀ ਕਮਾਈ ਹੈ ਤੁਸੀਂ ਸਿੱਖਾਂ ਨੂੰ ਨਾਲ ਲੈ ਕੇ ਕਰਨਾ ਕਰੋ। ਸੋਨ ਭਗਤੂ ਕੀਨੀ ਪਗ ਨਮੋ। ਇਹ ਬਚਨ ਸੁਣ ਕੇ ਭਾਈ ਭਗਤੂ ਜੀ ਨੇ ਨਮਸਕਾਰ ਕੀਤੀ। ਉਦਮ ਕੋ ਧਾਰਿਓ ਤੇ ਸਮੋ। ਉਸੇ ਵੇਲੇ ਹੀ ਉਦਮ ਨੂੰ ਧਾਰਨ ਕੀਤਾ। ਬ੍ਰਿਖ ਬਸੋ ਕਾਮੇ ਕਰੇ ਤਿਆਰੀ। ਕੁਝ ਕਾਮੇ ਤੇ ਕੁਝ ਬਲਦ ਨਾਲ ਲੈ ਕੇ ਤਿਆਰੀ ਆਰੰਭ ਦਿੱਤੀ। ਨੀਕੇ ਅਵਨੀ ਜਾਏ ਸੁਧਾਰੀ। ਅਵਨੀ ਕਹਿੰਦੇ ਖੇਤੀ ਨੂੰ, ਖੇਤੀਬਾੜੀ ਨੂੰ, ਧਰਤੀ ਨੂੰ ਚੰਗੀ ਤਰ੍ਹਾਂ ਸੁਧਾਰ ਲਿਆ। ਬੀਜਿਓ ਬੀਜ ਆਪਣੇ ਕਾਰ ਤੇ। ਆਪਣੇ ਹੱਥਾਂ ਦੇ ਨਾਲ ਭਾਈ ਭਗਤੂ ਜੀ ਨੇ ਜ਼ਮੀਨ ਦੇ ਵਿੱਚ ਬੀਜ ਬੀਜਿਆ। ਉਗੀ ਸਗਨ ਪੁੰਨ ਬਹੁ ਪ੍ਰਤ ਪਰਤੇ। ਤੇ ਜਿਹੜੀ ਉਹਦੇ ਵਿੱਚ ਫਸਲ ਉੱਗੀ ਹੈ ਬੜੀ ਹੀ ਸੰਘਣੀ ਆ, ਬੜੀ ਹੀ ਹਰੀ ਭਰੀ ਆ। ਵਾਰ ਕਰਨ ਅਰ ਦੈਬੋ ਵਾਰ। ਉਸ ਦੀ ਰਖਵਾਲੀ ਕਰਨ ਦੇ ਲਈ ਭਾਈ ਭਗਤੂ ਜੀ ਨੇ ਵਾੜ ਵੀ ਕੀਤੀ ਹੈ ਔਰ ਉਹਦੀ ਪਾਲਣਾ ਕਰਨ ਲਈ ਪਾਣੀ ਵੀ ਦਿੱਤਾ ਹੈ। ਬਾਰ ਬਾਰ ਸਭ ਕਰਨ ਸੰਭਾਰ। ਬੜੇ ਤਰੀਕੇ ਨਾਲ ਸੰਗਤ ਜੀ ਇਹ ਕਿਸਾਨ ਜਾਣਦੇ ਆ ਕਿ ਆਪਣੀ ਫਸਲ ਨੂੰ ਕਿੰਨੇ ਸੁਚੱਜੇ ਢੰਗ ਦੇ ਨਾਲ ਪਾਲਦੇ ਆ, ਜਿਵੇਂ ਪੁੱਤਰਾਂ ਨੂੰ ਪਾਲੀਦਾ। ਇਵੇਂ ਹੀ ਭਾਈ ਭਗਤੂ ਜੀ ਨੇ ਕੀਰਤਪੁਰ ਸਾਹਿਬ ਦੇ ਅੰਦਰ ਗੁਰੂ ਹਰਿ ਸਾਹਿਬ ਜੀ ਦੇ ਖੇਤਾਂ ਦੀ ਸੰਭਾਲ ਕੀਤੀ। ਬੈਠਿਓ ਨਿਸਬਾਸਰ ਰਖਵਾਰੀ। ਦਿਨ ਰਾਤ ਉਸ ਖੇਤੀ ਦੀ ਰਖਵਾਲੀ ਕੀਤੀ ਹੈ। ਕਰੀ ਪਕਾਵਨ ਭਲੀ ਪ੍ਰਕਾਰੀ। ਇਸ ਤਰੀਕੇ ਨਾਲ ਉਹ ਫਸਲ ਹੁਣ ਪੱਕ ਗਈ ਹੈ। ਪੁਨ ਕਾਮੇ ਬਾਡਨ ਕੋ ਲਾਏ। ਭਾਈ ਭਗਤੂ ਜੀ ਨੇ ਉਸ ਫਸਲ ਨੂੰ ਵੱਢਣ ਵਾਸਤੇ ਕਾਮਿਆਂ ਨੂੰ, ਮਜ਼ਦੂਰਾਂ ਨੂੰ ਲਾਇਆ ਹੈ। ਭੋਜਨ ਲੈ ਤਿਨ ਕੇ ਢਿਗ ਜਾਏ। ਭੋਜਨ ਲੈ ਲੈ ਕੇ ਉਹਨਾਂ ਦੇ ਕੋਲ ਭਾਈ ਸਾਹਿਬ ਜੀ ਜਾਂਦੇ ਹਨ। ਗੁਰ ਕੀ ਦੇਗ ਬਿਖਾ ਤੇ ਲੇ। ਗੁਰੂ ਦੀ ਦੇਗ ਦੇ ਵਿੱਚੋਂ ਭੋਜਨ ਲੈ ਕੇ ਭਾਈ ਭਗਤੂ ਜੀ ਵਹਿਰ ਜਾਏ ਸਭ ਹਿਨ ਕੋ ਦੇ। ਉੱਥੇ ਜਾ ਕੇ ਸਾਰੇ ਹੀ ਕਾਮਿਆਂ ਨੂੰ ਪ੍ਰਸ਼ਾਦਾ ਛਕਾਉਂਦੇ ਹਨ। ਇੱਕ ਦਿਨ ਲੈ ਕਰ ਆਪ ਆਹਾਰ। ਇੱਕ ਦਿਨ ਭਾਈ ਭਗਤੂ ਜੀ ਆਪਣੇ ਕੋਲੋਂ ਭੋਜਨ ਲੈ ਕੇ ਗਇਓ ਕਰਹੇ ਕਾਮੇ ਜਿਹਕਾਰ। ਉਸ ਸਥਾਨ ਤੇ ਗਏ ਜਿੱਥੇ ਕਾਮੇ ਕੰਮ ਕਰਦੇ ਪਏ ਹਨ। ਖੇਤ ਡੋਰ ਪਰ ਸਰਬ ਹਕਾਰੇ। ਖੇਤ ਦੇ ਕਿਨਾਰੇ ਤੇ ਸਾਰੇ ਹੀ ਕਿਸਾਨ ਵੀਰਾਂ ਨੂੰ ਬੁਲਾ ਲਿਆ ਹੈ। ਪਾਂਤ ਬਿਠਾਏ ਸੋ ਦੀਨ ਆਹਾਰੇ। ਸਾਰਿਆਂ ਨੂੰ ਹੀ ਖੇਤ ਦੀ ਵੱਟ ਤੇ ਬਿਠਾ ਕੇ, ਪੰਗਤ ਵਿੱਚ ਬਿਠਾ ਕੇ ਉਹਨਾਂ ਨੂੰ ਭੋਜਨ ਦਿੱਤਾ। ਸਭ ਹੂੰ ਲੈ ਕਰ ਨਿਜ ਨਿਜ ਹਾਥ। ਸਾਰਿਆਂ ਨੇ ਆਪੋ ਆਪਣੇ ਹੱਥ ਵਿੱਚ ਸੰਗਤ ਜੀ ਪ੍ਰਸ਼ਾਦਾ ਲੈ ਲਿਆ। ਹੁਣ ਇਸ ਗੱਲ ਨੂੰ ਵੀ ਉਹੀ ਸਮਝ ਸਕਦੇ ਆ ਜਿਨ੍ਹਾਂ ਨੇ ਖੇਤੀਬਾੜੀ ਕੀਤੀ। ਸੰਗਤ ਜੀ ਜਦੋਂ ਬਾਹਰ ਖੇਤਾਂ ਵਿੱਚ ਪ੍ਰਸ਼ਾਦਾ ਜਾਣਾ ਤੇ ਪੰਗਤ ਵਿੱਚ ਬੈਠ ਜਾਣਾ ਤੇ ਉਥੇ ਬਰਤਨ ਨਹੀਂ ਸਨ ਹੁੰਦੇ, ਆਪਣੇ ਹੱਥਾਂ ਦੇ ਉੱਪਰ ਹੀ ਪ੍ਰਸ਼ਾਦਾ ਲੈ ਕੇ ਉਹਦੇ ਉੱਪਰ ਸਬਜ਼ੀ ਪਾ ਲੈਣੀ, ਅਚਾਰ ਲੈ ਲੈਣਾ ਜਾਂ ਜੋ ਵੀ ਸਮਾਨ ਘਰ ਤੋਂ ਆਇਆ ਸੀ ਉਹਨੂੰ ਲੈ ਲੈਣਾ। ਇਸ ਤਰੀਕੇ ਨਾਲ ਪ੍ਰਸ਼ਾਦਾ ਛਕਿਆ ਜਾਂਦਾ ਸੀ। ਤੇ ਉਸ ਸਮੇਂ ਦਾ ਦ੍ਰਿਸ਼ ਗੁਰੂ ਹਰਿ ਸਾਹਿਬ ਜੀ ਦੇ ਸਮੇਂ ਦਾ ਦਰਸ ਰਹੇ ਨੇ। ਭਾਈ ਸੰਤੋਖ ਸਿੰਘ ਜੀ ਕਿ ਹੱਥ ਤੇ ਪ੍ਰਸ਼ਾਦਾ ਲੈ ਲਿਆ ਹੈ। ਹੀਰਤ ਬੋਲੇ ਭਗਤੂ ਸਾਥਾ। ਇਹ ਵਚਨ ਵੇਖ ਕੇ ਉਹ ਕਿਸਾਨ, ਉਹ ਕਾਮੇ ਭਾਈ ਭਗਤੂ ਜੀ ਨੂੰ ਬੋਲੇ ਹਨ, ਭਾਈ ਸਾਹਿਬ ਕਰੋ ਵਿਚਾਰਾ। ਭਾਈ ਸਾਹਿਬ ਜੀ ਇਸ ਗੱਲ ਦੀ ਵਿਚਾਰ ਕਰੋ। ਕ੍ਰਿਤ ਅਧਿਕ ਬਿਨ ਆਨ ਆਹਾਰਾ। ਤੁਸੀਂ ਜਿਹੜਾ ਭੋਜਨ ਲਿਆਏ ਹੋ ਇਹ ਬਿਨਾਂ ਘਿਓ ਤੋਂ ਹੈ।
ਸਗਰੇ ਬਾਸਰ ਕਾਰ ਕਮਾਵੈ ਸਾਰਾ ਦਿਨ ਅਸੀਂ ਖੇਤੀਬਾੜੀ ਕਰਦੇ ਹਾਂ ਬਿਨ ਖਾਏ ਅੰਧੇ ਹੋਏ ਜਾਵੈ ਤੇ ਜੇਕਰ ਅਸੀਂ ਘਿਓ ਨਹੀਂ ਖਾਵਾਂਗੇ, ਇਵੇਂ ਸੁੱਕੀਆਂ ਰੋਟੀਆਂ ਛਕਾਂਗੇ ਤੇ ਸਾਡਾ ਸਰੀਰ ਕਮਜ਼ੋਰ ਹੋ ਜਾਵੇਗਾ। ਇੱਕ ਇੱਕ ਪ੍ਰਤ ਪਾਈਆ ਕ੍ਰਿਤ ਹੋਏ। ਇਹ ਤਾਂ ਜ਼ਰੂਰੀ ਹੈ ਕਿ ਤੁਸੀਂ ਹਰ ਖਾਣ ਵਾਲੇ ਮਨੁੱਖ ਦੇ ਕੋਲ ਦੇਸੀ ਘਿਓ ਦਾ ਥੋੜਾ ਥੋੜਾ ਭਾਗ ਜ਼ਰੂਰ ਉਹਨੂੰ ਦੇਵੋ। ਕਰਤ ਕਿਰਤ ਮਹਿ ਬਲ ਦੇ ਸੋਏ। ਇਸ ਤਰੀਕੇ ਨਾਲ ਜਿਹੜਾ ਅਸੀਂ ਅੰਨ ਖਾਵਾਂਗੇ ਉਹ ਸਾਡੇ ਸਰੀਰ ਨੂੰ ਰਿਸ਼ਟ ਪੁਸ਼ਟ ਰੱਖੇਗਾ। ਸ਼ੁਸ਼ਕ ਰੋਟਕਾ ਦੀਨਸ ਆਨ। ਤੁਸੀਂ ਸਾਨੂੰ ਸੁੱਕੀਆਂ ਰੋਟੀਆਂ ਲਿਆ ਕੇ ਦੇ ਦਿੱਤੀਆਂ ਹਨ। ਕਹੋ ਭਾਈ ਕਿਮ ਕਰ ਹੈ ਖਾਨ। ਭਾਈ ਸਾਹਿਬ ਜੀ, ਭਾਈ ਭਗਤੂ ਜੀ, ਅਸੀਂ ਇਸ ਰੋਟੀਆਂ ਨੂੰ, ਸੁੱਕੀਆਂ ਰੋਟੀਆਂ ਨੂੰ ਕਿਵੇਂ ਖਾਈਏ? ਸੋਨੀ ਜਥਾ ਰਥ ਗਿਰਾ ਅਲਾਈ। ਜਦੋਂ ਭਾਈ ਭਗਤੂ ਜੀ ਨੇ ਇਹ ਬਚਨ ਸੁਣਿਆ ਹੈ, ਇਤ ਉਤ ਭਗਤੂ ਦ੍ਰਿਸ਼ਟ ਲਗਾਈ। ਭਾਈ ਭਗਤੂ ਜੀ ਨੇ ਇੱਧਰ ਉੱਧਰ ਵੇਖਿਆ ਕਿ ਕੋਈ ਘਿਓ ਵੇਚਣ ਵਾਲਾ ਆਦਮੀ ਸਾਨੂੰ ਮਿਲ ਜਾਵੇ। ਨਿਕਟ ਜਾਤ ਇਕ ਤਹਾਂ ਵਪਾਰੀ। ਇੱਕ ਵਪਾਰੀ ਉਹਨਾਂ ਦੀ ਦ੍ਰਿਸ਼ਟੀ ਵਿੱਚ ਆਇਆ ਜੋ ਉਸ ਪਾਸਿਓਂ ਗੁਜ਼ਰ ਰਿਹਾ ਸੀ। ਲਵਨ ਮਿਰਚ ਗੁੜ ਆਦਿਕ ਧਾਰੀ। ਉਹ ਲੂਣ ਮਿਰਚ ਤੇ ਗੁੜ ਦਾ ਵਪਾਰੀ ਪ੍ਰਤੀਤ ਹੋਇਆ। ਇੱਕ ਕੁੱਪੀ ਕਰ ਮਹਿਲ ਰਕਾਈ। ਹੱਥ ਦੇ ਵਿੱਚ ਉਹਨੇ ਇੱਕ ਕੁੱਪੀ ਨੂੰ ਲਟਕਾਇਆ ਹੋਇਆ ਹੈ। ਭਰੀ ਹੁਤੀ ਕ੍ਰਿਤ ਸੋ ਤਰ ਜਾਈ। ਉਹ ਜਿਹੜੀ ਕੁੱਪੀ ਸੀ ਦੇਸੀ ਘਿਓ ਦੇ ਨਾਲ ਭਰੀ ਹੋਈ ਸੀ। ਇਕ ਭਗਤੂ ਤੇ ਨਿਕਟ ਹਕਾਰਾ। ਭਾਈ ਭਗਤੂ ਜੀ ਨੇ ਉਸ ਵਪਾਰੀ ਨੂੰ ਨੇੜੇ ਦੇਖ ਕੇ ਬੁਲਾਇਆ। ਉਰੇ ਆਓ ਜੇ ਕਰਹਿ ਵਪਾਰਾ। ਇਹ ਵਪਾਰੀ, ਜੇ ਤੁਸੀਂ ਵਪਾਰ ਕਰਨਾ ਚਾਹੁੰਦੇ ਹੋ ਤੇ ਮੇਰੇ ਨੇੜੇ ਆ ਜਾਵੋ। ਸੁਨਤ ਵਪਾਰੀ ਚੱਲ ਢਿਗ ਆਇਓ। ਇਹ ਬਚਨ ਸੁਣਦਿਆਂ ਉਹ ਵਪਾਰੀ ਭਾਈ ਭਗਤੂ ਜੀ ਕੋਲ ਆਇਆ ਵਖਰ ਆਪਣਾ ਤਰੇ ਟਿਕਾਇਓ। ਔਰ ਆ ਕੇ ਆਪਣਾ ਸੌਦਾ ਭਾਈ ਭਗਤੂ ਜੀ ਦੇ ਸਾਹਮਣੇ ਟਿਕਾ ਦਿੱਤਾ। ਚਾਹੇ ਸੋ ਲੇਹੋ ਮੋਲ ਮੁਝ ਦੀਜੈ। ਕਹਿੰਦੇ ਕਿ ਮੈਨੂੰ ਘਿਓ ਚਾਹੀਦਾ ਹੈ, ਜਿੰਨਾ ਵੀ ਮੁੱਲ ਤੁਸੀਂ ਮੰਗਦੇ ਹੋ ਮੇਰੇ ਕੋਲੋਂ ਲੈ ਲਵੋ। ਨਿਜ ਕਾਰਜ ਤੁਮ ਸਾਰਨ ਕੀਜੈ। ਇਹ ਜਿਹੜਾ ਕਾਰਜ ਹੈ, ਕਿਉਂਕਿ ਜਿਹੜੇ ਮੇਰੇ ਕਿਸਾਨ ਵੀਰ ਨੇ ਘਿਓ ਮੰਗ ਰਹੇ ਨੇ, ਇਹ ਕਾਰਜ ਤੁਸੀਂ ਸਵਾਰ ਦੇਵੋ। ਤਬ ਭਗਤੂ ਇਮ ਬਾਕ ਉਚਾਰਾ। ਉਸ ਸਮੇਂ ਭਾਈ ਭਗਤੂ ਜੀ ਨੇ ਬਚਨ ਉਚਾਰਨ ਕੀਤਾ। ਗੁਰ ਕਾਮੇ ਇਹ ਕਰਤ ਆਹਾਰਾ। ਇਹ ਗੁਰੂ ਸਾਹਿਬ ਜੀ ਦੇ ਕਾਮੇ ਹਨ, ਗੁਰੂ ਸਾਹਿਬ ਦੀ ਸੇਵਾ ਕਰਨ ਵਾਲੇ ਨੇ ਤੇ ਭੋਜਨ ਛਕ ਰਹੇ ਸਨ। ਚਾਹੇ ਕ੍ਰਿਤ ਕੇ ਸੰਗ ਸੋ ਖੈਬੇ। ਤੇ ਚਾਹੁੰਦੇ ਨੇ ਕਿ ਅਸੀਂ ਭੋਜਨ ਕਰੀਏ ਦੇਸੀ ਘਿਓ ਦੇ ਨਾਲ। ਦੇਹੋ ਇਨ ਕੋ ਧਨ ਕੀਜੈ ਲੈਬੇ। ਇਹ ਘਿਓ ਤੁਸੀਂ ਦੇ ਦਿਓ ਤੇ ਜਿਹੜਾ ਧਨ ਤੈਨੂੰ ਚਾਹੀਦਾ ਹੈ ਉਹ ਸਾਡੇ ਕੋਲੋਂ ਲੈ ਲੈਣਾ। ਤਬ ਕੁੱਪੀ ਧਰ ਦੀਨ ਅਗਾਰੀ। ਉਸ ਵਪਾਰੀ ਨੇ ਘਿਓ ਦੀ ਕੁੱਪੀ ਲਿਆ ਕੇ ਭਾਈ ਭਗਤੂ ਜੀ ਦੇ ਅੱਗੇ ਰੱਖ ਦਿੱਤੀ। ਇੱਕ ਇੱਕ ਪਲੀ ਭਰੀ ਕਰ ਧਾਰੀ। ਇੱਕ ਇੱਕ ਪਲੀ ਨੂੰ ਫੜ ਕੇ ਹਰ ਮਜ਼ਦੂਰ ਦੇ ਕੋਲ, ਕਾਮੇ ਦੇ ਕੋਲ ਪਾ ਦਿੱਤੀ ਹੈ। ਸਭ ਕੋ ਦਈ ਖਾਏ ਹਰ ਖਾਏ। ਸਾਰਿਆਂ ਨੂੰ ਉਹ ਕੁੱਪੀ ਭਰ ਭਰ ਕੇ ਦਿੱਤੀ ਤੇ ਸਾਰੇ ਖੁਸ਼ ਹੋ ਗਏ ਹਨ। ਲੈ ਲੈ ਕ੍ਰਿਤ ਅਧਿਕ ਤ੍ਰਿਪਤਾਏ। ਇਸ ਤਰੀਕੇ ਨਾਲ ਘਿਓ ਨੂੰ ਵੇਖ ਕੇ ਖਾ ਕੇ ਸਾਰੇ ਤ੍ਰਿਪਤ ਹੋ ਜਾਂਦੇ। ਕੁੱਪੀ ਵਿਖੇ ਕੁਸ਼ਕ ਰਹਿ ਗਇਓ। ਥੋੜਾ ਜਿਹਾ ਘਿਓ ਕੁੱਪੀ ਦੇ ਵਿੱਚ ਬਾਕੀ ਰਹਿ ਗਿਆ ਹੈ। ਬੋਹਰ ਵਪਾਰੀ ਗਮਨਤ ਭਇਓ। ਉਸ ਤੋਂ ਬਾਅਦ ਉਹ ਵਪਾਰੀ ਚਲਾ ਗਿਆ। ਸੋਦਾ ਆਜ ਵੇਚ ਮੈਂ ਆਊਂ। ਕਹਿਣ ਲੱਗਾ ਕਿ ਮੈਂ ਬਾਕੀ ਦਾ ਸੌਦਾ ਹੋਰ ਪਿੰਡਾਂ ਵਿੱਚ ਵੇਚ ਆਵਾਂ। ਅਗਲੇ ਦਿਵਸ ਮੋਲ ਮੈਂ ਪਾਊਂ। ਅਗਲੇ ਦਿਨ ਆ ਕੇ ਇਹਨਾਂ ਦੇ ਕੋਲੋਂ ਪੈਸੇ ਲੈ ਲਵਾਂਗਾ।
ਲਵਾਂਗਾ। ਸੰਧਿਆ ਲਾਗ ਫਿਰ ਕੈ ਘਰ ਗਇਓ। ਜਦੋਂ ਸ਼ਾਮਾਂ ਪੈ ਗਈਆਂ, ਸਾਰੇ ਪਾਸੇ ਵਪਾਰੀ ਨੇ ਵਪਾਰ ਕਰਕੇ ਆਪਣੇ ਘਰ ਨੂੰ ਚੱਲਣਾ ਕੀਤਾ। ਕਿਲਕ ਭੀਤ ਮਹਿ 100 ਲੱਖ ਲਇਓ। ਆਪਣੇ ਘਰ ਦੀ ਕਿੱਲੀ ਦੇ ਨਾਲ ਉਹ ਘਿਓ ਵਾਲੀ ਕੁੱਪੀ ਨੂੰ ਟੰਗ ਲਿਆ ਹੈ। ਕੁੱਪੀ ਤਾਹੇ ਸਾਥ ਲਰਕਾਈ। ਉਸ ਦੇ ਨਾਲ ਕੁੱਪੀ ਨੂੰ ਲਟਕਾ ਦਿੱਤਾ। ਚਿਤ ਮੈਂ ਏਮ ਵਿਚਾਰ ਠਹਿਰਾਈ। ਇਹ ਮਨ ਵਿੱਚ ਵਿਚਾਰ ਕਰਨ ਲੱਗਾ ਵਪਾਰੀ, ਤੋਲਿਓ ਹੁਤੋ ਪ੍ਰਥਮ ਕ੍ਰਿਤ ਮੇਰਾ। ਮੈਂ ਪਹਿਲਾਂ ਇਸ ਘਿਓ ਨੂੰ ਤੋਲਿਆ ਸੀ। ਭਗਤੂ ਲੀਨ ਜਿਤਕ ਤਿਸ ਬੇਰਾ। ਜਿੰਨਾ ਘਿਓ ਭਾਈ ਭਗਤੂ ਜੀ ਨੇ ਲਿਆ ਹੈ, ਊਠ ਪ੍ਰਭਾਤ ਕੋ ਤੋਲਨ ਕਰਕੇ। ਸਵੇਰੇ ਫੇਰ ਤੋਲ ਲਵਾਂਗਾ। ਜਿਤੋ ਲਿਓ ਸੋ ਲਿਓ ਵਿਚਰ ਤੇ ਕੇ। ਇਹਦੇ ਵਿੱਚੋਂ ਮਾਈਨਸ ਘਟਾਓ ਕਰਕੇ ਜਿੰਨਾ ਘਿਓ ਬਾਕੀ ਬਚਦਾ ਹੈ, ਮੈਂ ਉਹਦੇ ਪੈਸੇ ਭਾਈ ਭਗਤੂ ਜੀ ਕੋਲੋਂ ਲੈ ਲਵਾਂਗਾ। ਏਮ ਗਿਨ ਮਨ ਮੈਂ ਸੁਪਤਿਓ ਰਾਤੀ। ਇਸ ਤਰੀਕੇ ਨਾਲ ਵਿਚਾਰ ਕਰਦਿਆਂ ਰਾਤ ਨੂੰ ਸੌ ਜਾਂਦਾ। ਉਠਤ ਭਇਓ ਹੋਈ ਜਬ ਪ੍ਰਾਤੀ। ਜਦੋਂ ਸਵੇਰ ਹੋਈ ਹੈ ਤੇ ਉਹ ਵਪਾਰੀ ਉੱਠਿਆ। ਕੁੱਪੀ ਤੋਲਨ ਹੇਤ ਉਤਾਰੀ। ਤੋਲਣ ਵਾਸਤੇ ਉਸ ਘਿਓ ਦੀ ਕੁੱਪੀ ਨੂੰ ਹੇਠਾਂ ਉਤਾਰਿਆ। ਤੇ ਮੁਖ ਖੋਲਿਓ ਜਬਹਿ ਨਿਹਾਰੀ। ਜਦੋਂ ਉਸਨੇ ਅੱਖਾਂ ਦੇ ਨਾਲ ਉਸ ਘਿਓ ਦੀ ਕੁੱਪੀ ਨੂੰ ਦੇਖਿਆ, ਭਰੀ ਹੁਤੀ ਜੇ ਤਿਕ ਤਬ ਦੀਨੋ। ਉਹ ਤੇ ਸਾਰੀ ਘਿਓ ਦੀ ਕੁੱਪੀ ਭਰੀ ਪਈ ਸੀ। ਗੁਰ ਕੇ ਸਿੱਖਿਆ ਨ ਖਾਏ ਸੋ ਲੀਨੋ। ਇਹਦੇ ਵਿੱਚੋਂ ਗੁਰੂ ਦੇ ਸਿੱਖਾਂ ਨੇ ਘਿਓ ਵੀ ਛਕਿਆ ਹੈ, ਖਾਦਾ ਹੈ। ਤਿਤਿਕ ਭਰੀ ਮੁਖ ਲੋ ਤਿਨ ਹੇਰੀ। ਉਹ ਬੜਾ ਹੈਰਾਨ ਹੋਇਆ ਕਿ ਸਾਰੀ ਦੀ ਸਾਰੀ ਕੁੱਪੀ ਉਸੇ ਤਰੀਕੇ ਨਾਲ ਘਿਓ ਦੀ ਭਰੀ ਹੈ। ਰਹੀ ਬੁੱਧ ਬਿਸਮਾਏ ਬਡੇਰੀ। ਉਹਦੀ ਬੁੱਧ ਹੈਰਾਨ ਹੋ ਗਈ, ਚਕਿਰਤ ਹੋ ਗਈ ਕਿ ਇਹ ਘਟਨਾ ਕਿਵੇਂ ਵਾਪਰੀ ਹੈ। ਇਹ ਕਿਆ ਭਇਓ ਨਾ ਜਾਣਿਓ ਜਾਏ। ਉਸ ਨੂੰ ਇਸ ਗੱਲ ਦੀ ਸਮਝ ਨਹੀਂ ਆ ਰਹੀ ਹੈ ਤਹਾਂ ਕ੍ਰਿਤ ਲੀਨੋ ਤਿਨ ਖਾਏ। ਕਿ ਇਹਨਾਂ ਸਿੱਖਾਂ ਨੇ ਘਿਓ ਵੀ ਖਾ ਲਿਆ ਤੇ ਇਹ ਘਿਓ ਦੀ ਕੁੱਪੀ ਫੇਰ ਭਰੀ ਹੋਈ ਹੈ। ਹੁਤੋ ਅਲਪ ਹੀ ਸੋ ਮੈਂ ਆਨਿਓ। ਇਹ ਗੱਲਾਂ ਵਿਚਾਰਦਿਆਂ ਵਿਚਾਰਦਿਆਂ ਭਇਓ ਤਿਤੋ ਕੁਛ ਜਾਏ ਨਾ ਜਾਣਿਓ। ਉਸ ਨੂੰ ਸਮਝ ਨਹੀਂ ਆ ਰਹੀ ਵਪਾਰੀ ਨੂੰ ਕਿ ਇਹ ਕ੍ਰਿਸ਼ਮਾ ਕੀ ਵਾਪਰਿਆ ਹੈ। ਰਹਿਓ ਵਿਚਾਰਤ ਕੇ ਤਿਕ ਸਮੋ। ਇਸ ਤਰੀਕੇ ਨਾਲ ਕਿੰਨਾ ਹੀ ਸਮਾਂ ਇਹ ਵਿਚਾਰ ਕਰਦਿਆ ਰਿਹਾ। ਲਖਿਓ ਪ੍ਰਤਾਪ ਕਰਤ ਭਾ ਨਮੋ। ਉਸਨੇ ਸਮਝਿਆ ਕਿ ਸਾਰਾ ਪ੍ਰਤਾਪ ਭਾਈ ਭਗਤੂ ਜੀ ਦਾ ਹੈ ਤੇ ਉਹਨੂੰ ਨਮਸਕਾਰ ਕਰਾਂ। ਭਗਤੂ ਨਿਕਟ ਗਇਓ ਤਤਕਾਲਾ। ਉਸੇ ਵੇਲੇ ਹੀ ਭਾਈ ਭਗਤੂ ਜੀ ਦੇ ਨਿਕਟ ਵਪਾਰੀ ਚਲਾ ਗਿਆ। ਗਹੇ ਚਰਨ ਕਹਿ ਬਿਨੇ ਵਿਸਾਲਾ। ਉਹਨਾਂ ਨੇ ਜਾ ਕੇ ਭਾਈ ਭਗਤੂ ਜੀ ਦੇ ਚਰਨ ਫੜ ਲਏ ਤੇ ਬੇਨਤੀ ਕਰਨ ਲੱਗਾ, ਮੈਂ ਰਾਵਰ ਕੀ ਸ਼ਰਨ ਪਹੁੰਚਾ। ਮੈਂ ਭਾਈ ਭਗਤੂ ਜੀ ਤੁਹਾਡੀ ਸ਼ਰਨ ਆਇਆ ਹਾਂ। ਤੁਮ ਗਹੀਰ ਆਛੈ ਮਤ ਉੱਚਾ। ਤੁਸੀਂ ਬੜੇ ਹੀ ਗਹਿਰੇ ਹੋ, ਡੂੰਘੇ ਹੋ ਤੇ ਉੱਚੇ ਹੋ। ਮੈਂ ਤਾਂ ਆਪ ਜੀ ਦੀ ਕਰਨੀ ਨੂੰ ਨਮਸਕਾਰ ਕਰਨ ਆਇਆ ਹਾਂ। ਅਨੁਰਾਗਿਓ ਮੈਂ ਤਿਆਗਿਓ ਨਾਹੀ। ਮੈਂ ਆਪ ਜੀ ਨੂੰ ਕਦੀ ਵੀ ਤਿਆਗਾ ਨਹੀਂ। ਮੇਰੇ ਅੰਦਰ ਤੁਹਾਡੇ ਲਈ ਬਹੁਤ ਵੱਡਾ ਪ੍ਰੇਮ ਉਤਪੰਨ ਹੋ ਗਿਆ ਹੈ। ਕਰੋ ਸਿੱਖ ਰਾਖੋ ਨਿਜ ਪਾਹੀ। ਮੈਨੂੰ ਆਪਣਾ ਸਿੱਖ ਬਣਾ ਲਓ। ਭਾਈ ਭਗਤੂ ਜੀ ਨੂੰ ਵਪਾਰੀ ਬੇਨਤੀ ਕਰਦਾ ਹੈ। ਸੁਨ ਕਰ ਭਗਤੂ ਬਾਕ ਉਚਾਰਾ। ਇਹ ਬਚਨ ਸੁਣ ਕੇ ਭਾਈ ਭਗਤੂ ਜੀ ਵਾਕ ਉਚਾਰਦੇ ਹਨ। ਸ਼੍ਰੀ ਸਤਿਗੁਰ ਹੈ ਪੁਰਖ ਉਧਾਰਾ। ਐ ਵਪਾਰੀ, ਪੂਰੇ ਸਤਿਗੁਰੂ ਗੁਰੂ ਹਰਿ ਸਾਹਿਬ ਮਹਾਰਾਜ ਹੀ ਮਹਾਂਪੁਰਖ ਨੇ
ਉਹੀ ਉਧਾਰ ਚਿਤ ਹਨ। ਮਹਾਰਾਜ ਰਾਜਨ ਕੋ ਰਾਜਾ, ਸਾਰਿਆਂ ਦੇ ਰਾਜੇ ਮਹਾਰਾਜਨ ਕੇ ਮਹਾਰਾਜੇ ਗੁਰੂ ਹਰਿ ਸਾਹਿਬ ਜੀ ਹਨ। ਰਾਜਤ ਤੀਨ ਲੋਕ ਸਿਰ ਤਾਜਾ, ਕੱਲਾ ਇਥੋਂ ਦੇ ਨਹੀਂ, ਤਿੰਨਾਂ ਲੋਕਾਂ ਦੇ ਸਰਤਾਜ ਨੇ ਗੁਰੂ ਹਰਿ ਸਾਹਿਬ। ਤਿਨ ਕੇ ਹਮ ਸਮਾਨ ਪ੍ਰਧਾਨ, ਹਾਂ, ਉਹਨਾਂ ਨੇ ਥੋੜੀਆਂ ਬਹੁਤੀਆਂ ਸਾਨੂੰ ਕਿਰਪਾ ਕੀਤੀ, ਮਿਹਰ ਦੀ ਨਿਗਾਹ ਕੀਤੀ, ਸਾਡੇ ਵਿੱਚ ਕੁਝ ਇਹ ਸ਼ਕਤੀਆਂ ਆ ਗਈਆਂ। ਸਮ ਸੈਨਪ ਕੇ ਸੁਪਟ ਮਹਾਨ, ਜਿਵੇਂ ਇੱਕ ਰਾਜੇ ਦੇ ਸੈਨਾਪਤੀ ਹੁੰਦੇ ਹਨ। ਸਤਿਗੁਰ ਅਸ਼ਤ ਨ ਉਚਿਤ ਹਮਾਰੇ, ਸਾਨੂੰ ਸਤਿਗੁਰ ਨਾ ਕਹੋ, ਇਹ ਗੱਲ ਚੰਗੀ ਨਹੀਂ ਹੈ। ਸਿੱਖ ਬਣਾਏ ਤੋਹਿ ਕਰੇ ਉਧਾਰੇ, ਮੈਂ ਆਪ ਜੀ ਨੂੰ ਆਪਣਾ ਸਿੱਖ ਨਹੀਂ ਬਣਾ ਸਕਦਾ। ਜਾਹੋ ਸ਼ਰਨ ਅਬ ਸ਼੍ਰੀ ਹਰਿ ਰਾਏ, ਤੁਸੀਂ ਗੁਰੂ ਹਰਿ ਸਾਹਿਬ ਜੀ ਦੀ ਜਾ ਕੇ ਸ਼ਰਨ ਲਵੋ। ਕਰੇ ਮੋਖ ਨਿਜ ਦਾਸ ਬਣਾਏ, ਉਹੀ ਤੁਹਾਨੂੰ ਮੁਕਤੀ ਦੇ ਸਕਦੇ ਹਨ। ਸੁਨ ਕਰ ਜੋਰਤ ਬਾਕ ਬਖਾਨਾ, ਇਹ ਬਚਨ ਸੁਣ ਕੇ ਵਪਾਰੀ ਹੱਥ ਜੋੜ ਕੇ ਬੇਨਤੀ ਕਰਦਾ, ਮੈਂ ਅਬ ਇਕਰਾਵਰ ਕੋ ਜਾਨਾ, ਮੈਂ ਹੁਣ ਗੁਰੂ ਹਰਿ ਸਾਹਿਬ ਜੀ ਦੇ ਕੋਲ ਜਾਵਾਂਗਾ। ਸਤਿਗੁਰ ਨਿਕਟ ਚਲੋ ਲੈ ਸਾਥ, ਮੈਨੂੰ ਵੀ ਆਪ ਜੀ ਕਿਰਪਾ ਕਰਕੇ ਸਤਿਗੁਰ ਦੇ ਕੋਲ ਲੈ ਚੱਲੋ। ਧਰੋਂ ਚਰਨ ਕਮਲਨ ਪਰਮਾਥ, ਉਹਨਾਂ ਦੇ ਚਰਨ ਕਮਲਾਂ ਤੇ ਜਾ ਕੇ ਮਸਤਕ ਟੇਕਾਂਗਾ। ਕਹਿ ਕਰ ਤਿਨ ਕੋ ਸਿੱਖ ਬਣਾਵੋ ਹੋ, ਸਤਿਗੁਰੂ ਜੀ ਕਿਰਪਾ ਕਰਕੇ ਇਸ ਨੂੰ ਆਪਣਾ ਸਿੱਖ ਬਣਾ ਲਵੋ। ਜਨਮ ਜਨਮ ਕੋ ਕਸ਼ਟ ਮਿਟਾਵੋ ਹੋ, ਜਨਮਾਂ ਜਨਮਾਂਤਰਾਂ ਦੇ ਕਸ਼ਟ ਇਸ ਵਪਾਰੀ ਦੇ ਕੱਟ ਦੇਵੋ। ਭਇਓ ਦਿਆਲ ਭਗਤੂ ਤਿਸ ਕਾਲ, ਭਾਈ ਭਗਤੂ ਜੀ ਦਿਆਲਤਾ ਦੇ ਘਰ ਵਿੱਚ ਆਏ ਹਨ। ਉਸ ਸਮੇਂ ਲੈ ਕਰ ਚਲਿਓ ਆਪਣੇ ਨਾਲ, ਆਪਣੇ ਨਾਲ ਲੈ ਕੇ ਵਪਾਰੀ ਨੂੰ ਚੱਲ ਪਏ। ਜਹਾਂ ਬਿਰਾਜਤ ਸ਼੍ਰੀ ਹਰਿ ਰਾਏ, ਜਿਸ ਜਗ੍ਹਾ ਤੇ ਗੁਰੂ ਹਰਿ ਸਾਹਿਬ ਜੀ ਵਿਰਾਜਮਾਨ ਹਨ। ਪਹੁੰਚੇ ਬੈਠੇ ਸੀਸ ਨਿਵਾਏ, ਨਮਸਕਾਰ ਕਰਕੇ ਸਤਿਗੁਰੂ ਜੀ ਦੇ ਕੋਲ ਬੈਠ ਗਏ ਹਨ। ਬਹਿਸ ਬਦਨ ਤੇ ਗੁਰੂ ਉਚਾਰੀ, ਗੁਰੂ ਸਾਹਿਬ ਜੀ ਨੇ ਪ੍ਰਸੰਨ ਚਿਤ ਹੋ ਕੇ ਆਪਣੇ ਮੁਖ ਤੋਂ ਬਚਨ ਉਚਾਰਿਆ, ਆਵੋ ਭਾਈ ਪਰ ਉਪਕਾਰੀ, ਪਰਉਪਕਾਰੀ ਭਾਈ ਭਾਈ ਭਗਤੂ ਜੀ ਆਵੋ। ਆਨਿਓ ਕੋਨ ਆਪਣੇ ਸੰਗ, ਤੁਸੀਂ ਕਿਹਨੂੰ ਆਪਣੇ ਸੰਗ ਲੈ ਕੇ ਆਏ ਹੋ? ਕਿਉਂ ਨਾ ਅਜਾਇਬ ਰੰਗਿਓ ਰੰਗ, ਇਹਨਾਂ ਨੂੰ ਵੀ ਅਜਬ ਰੰਗ ਦੇ ਵਿੱਚ ਰੰਗ ਦਿੱਤਾ ਜੇ। ਸੰਗਤ ਜੀ, ਗੁਰਸਿੱਖਾਂ ਦੀ ਸੰਗਤ ਕਰਕੇ ਹੀ ਸਿੱਖ ਰੰਗੇ ਜਾਂਦੇ ਸਨ। ਆਪਾਂ ਇਹ ਬਚਨ ਪੜ੍ਹਦੇ ਆਂ, ਕਾਇਆ ਰੰਗਣ ਜੇਥੀਏ ਪਿਆਰੇ, ਪਾਈਏ ਨਾਉ ਮਜੀਠ, ਰੰਗਣ ਵਾਲਾ ਜੇ ਰੰਗੈ ਸਾਹਿਬ, ਐਸਾ ਰੰਗ ਨਾ ਡੀਠ। ਜਿਨ ਕੇ ਚੋਲੇ ਰਤੜੇ ਪਿਆਰੇ, ਕੰਤ ਤਿਨਾ ਕੈ ਪਾਸ, ਧੂੜ ਤਿਨਾ ਕੀ ਜੇ ਮਿਲੇ ਜੀ ਕੋ ਨਾਨਕ ਕੀ ਅਰਦਾਸ। ਭਾਈ ਭਗਤੂ ਦੀ ਸੰਗਤ ਕਰਕੇ ਵਪਾਰੀ ਵੀ ਰੰਗਿਆ ਗਿਆ। ਤਬ ਭਗਤੂ ਕਰ ਬੰਦ ਬਖਾਨਾ, ਭਗਤੂ ਨੇ ਹੱਥ ਜੋੜ ਕੇ ਬੇਨਤੀ ਕੀਤੀ, ਜਹਾਂ ਬਿਰਾਜਤ ਚੰਦ ਮਹਾਨਾ, ਜਿੱਥੇ ਚੰਦਰਮਾ ਦੇ ਸਮਾਨ ਆਪ ਜੀ ਵਿਰਾਜਮਾਨ ਹੋ। ਕਹਾਂ ਸ਼ਕਤ ਪ੍ਰਕਾਸ਼ ਹੈ ਤਾਰਾ, ਉਥੇ ਸਾਡੇ ਵਰਗੇ ਤਾਰਿਆਂ ਦੀ ਕੀ ਹੋਂਦ ਹੈ। ਏਵ ਜਥੋਚਿਤ ਹਿਰਦੇ ਵਿਚਾਰਾ, ਇਸ ਤਰੀਕੇ ਨਾਲ ਭਗਤੂ ਜੀ ਮਨ ਵਿੱਚ ਵਿਚਾਰਦੇ ਹਨ। ਦੇਹੋ ਚਰਨਾਮ੍ਰਿਤ ਸਿੱਖ ਕਰੀਜੈ, ਗੁਰੂ ਸਾਹਿਬ ਕਿਰਪਾ ਕਰੋ, ਇਸ ਵਪਾਰੀ ਨੂੰ ਚਰਨ ਅੰਮ੍ਰਿਤ ਦੇ ਕੇ ਆਪਣਾ ਸਿੱਖ ਬਣਾ ਲਵੋ। ਗੁਰਮਤਿ ਉਪਦੇਸ਼ੋ ਸੁਖ ਦੀਜੈ, ਗੁਰਮਤਿ ਦਾ ਉਪਦੇਸ਼ ਕਰਕੇ ਸੁੱਖਾਂ ਦਾ ਨਿਵਾਸ ਕਰ ਦੇਵੋ। ਚੱਲ ਆਇਓ ਹੋਵੈ ਕੈ ਸ਼ਰਧਾਲੂ, ਆਪ ਜੀ ਦਾ ਸ਼ਰਧਾਲੂ ਬਣ ਕੇ ਇਹ ਵਪਾਰੀ ਆਇਆ ਹੈ। ਤੁਮ ਕਿਰਪਾਲ ਕਰ ਦਿਓ ਨਿਹਾਲੂ, ਤੁਸੀਂ ਕਿਰਪਾਲੂ ਹੋ, ਕਿਰਪਾ ਕਰਕੇ ਨਿਹਾਲ ਕਰ ਦੇਵੋ। ਤਬ ਸਤ ਗੁਰ ਅਨਵਾਏ ਸੋ ਜਲ ਕੋ,
ਸਤਿਗੁਰੂ ਜੀ ਨੇ ਉਸ ਸਮੇਂ ਫਿਰ ਜਲ ਮੰਗਵਾਇਆ ਹੈ। ਕਰੇ ਪਖਾਰਨ ਚਰਨ ਕਮਲ ਕੋ, ਆਪਣੇ ਚਰਨ ਕਮਲਾਂ ਨੂੰ ਗੁਰੂ ਹਰਿ ਸਾਹਿਬ ਜੀ ਨੇ ਧੋਤਾ। ਕਿਰਪਾ ਸਹਿਤ ਹੋਏ ਪਾਹੁਲ ਦੀਨ, ਕਿਰਪਾ ਦੇ ਘਰ ਵਿੱਚ ਆ ਕੇ ਉਸ ਵਪਾਰੀ ਨੂੰ ਪਹੁਲ ਦੇ ਕੇ ਸਿੱਖ ਬਣਾਇਆ। ਕਹਾ ਨਾਮ ਤੋਹੇ ਬੂਝਨ ਕੀਨ, ਪੁੱਛਿਆ ਕਿ ਇਹ ਵਪਾਰੀ ਤੇਰਾ ਨਾਮ ਕੀ ਹੈ? ਬੋਲਿਓ ਸੁਣੀਏ ਕਰੁਣਾ ਧਾਮ, ਇਹ ਕਰਨਾ ਦੇ ਖਜ਼ਾਨੇ ਗੁਰੂ ਹਰਿ ਸਾਹਿਬ ਜੀ ਸੁਣੋ ਮੇਰਾ ਨਾਮ। ਪਿਤ ਰਾਖਿਓ ਮਮ ਸੰਗਤ ਨਾਮ, ਮਾਤਾ ਪਿਤਾ ਨੇ ਮੇਰਾ ਨਾਮ ਸੰਗਤ ਰੱਖਿਆ ਹੈ। ਮੇਰਾ ਨਾਮ ਹੈ ਸੰਗਤ। ਲਵਨ ਕਿਰਤਾਦ ਉਠਾਵਨ ਕਰੋ, ਤੇ ਮੈਂ ਹੁਣ ਲੂਣ ਘਿਓ ਦਾ ਵਪਾਰ ਕਰਦਾ ਹਾਂ। ਇਕ ਦੋਏ ਗ੍ਰਾਮਨ ਫੇਰਾ ਫਿਰੋ, ਇੱਕ ਦੋ ਪਿੰਡਾਂ ਦੇ ਵਿੱਚ ਫੇਰਾ ਲਾ ਕੇ ਏਮ ਫਿਰਤੇ ਮਮ ਜੀਵਾ ਹੋਏ, ਇਸ ਤਰੀਕੇ ਨਾਲ ਮੇਰੀ ਜੀਵਕਾ ਚੱਲਦੀ ਹੈ। ਫੇਰਾ ਕਰਨਾ ਮੇਰਾ ਕੰਮ ਹੈ। ਬਿਤੀ ਆਰਬਲ ਪੂਰਬ ਜੋਏ, ਇਸ ਤਰੀਕੇ ਨਾਲ ਮੇਰੀ ਪੂਰਬਲੀ ਆਰਬਲਾ ਉਮਰ ਬਤੀਤ ਹੋਈ ਹੈ। ਸੁਨ ਬੋਲੇ ਸਤਿਗੁਰ ਹਰਿ ਰਾਏ, ਇਹ ਬਚਨ ਸੁਣ ਕੇ ਗੁਰੂ ਹਰਿ ਸਾਹਿਬ ਜੀ ਬੋਲੇ ਹਨ। ਅਬ ਤੇ ਹੋਏ ਫੇਰੂ ਤੁਬ ਨਾਏ, ਅੱਜ ਤੋਂ ਤੁਹਾਡਾ ਨਾਮ ਫਿਰ ਭਾਈ ਫੇਰੂ ਹੋਇਆ। ਫੇਰਾ ਕਰਤ ਮਿਲਿਓ ਹਰ ਜਨ ਕੋ, ਤੁਸੀਂ ਹਰੀ ਦੇ ਜਨ ਭਾਈ ਭਗਤੂ ਜੀ ਨੂੰ ਫੇਰਾ ਕਰਦਿਆਂ ਹੀ ਮਿਲੇ ਹੋ, ਇਸ ਕਰਕੇ ਤੁਹਾਡਾ ਨਾਮ ਫੇਰੂ ਹੈ। ਪਰਿਓ ਸ਼ਰਨ ਕਰ ਸੂਦਾ ਮਨ ਕੋ, ਜਿਨ੍ਹਾਂ ਨੇ ਤੁਹਾਡਾ ਉਲਟਿਆ ਹੋਇਆ ਮਨ ਸਿੱਧਾ ਕਰ ਦਿੱਤਾ ਹੈ। ਆਬ ਸਭ ਤਾਜ ਕਰ ਦੇਗ ਚਲਾਵੋ, ਹੁਣ ਤੁਸੀਂ ਚੱਲ ਕੇ ਇਹ ਕੰਮ ਕਰੋ ਕਿ ਗੁਰੂ ਕਾ ਲੰਗਰ ਚਲਾਵੋ। ਸਤਨਾਮ ਸਿਮਰੋ ਗੁਣ ਗਾਵੋ, ਸਤਨਾਮ ਸ੍ਰੀ ਵਾਹਿਗੁਰੂ ਦਾ ਸਿਮਰਨ ਕਰੋ ਤੇ ਪ੍ਰਮਾਤਮਾ ਦੇ ਗੁਣ ਗਾਵੋ। ਤੇ ਪਰ ਭਗਤੂ ਕੋ ਉਪਕਾਰ, ਇਹ ਭਾਈ ਭਗਤੂ ਜੀ ਦਾ ਤੁਹਾਡੇ ਤੇ ਉਪਕਾਰ ਹੈ। ਇਨਕੇ ਪਾਗ ਪਰ ਸਿਰ ਕੋ ਧਾਰ, ਉਹਨਾਂ ਦੇ ਚਰਨਾਂ ਤੇ ਸੰਗਤ ਜੀ ਆਪਣਾ ਮਸਤਕ ਰੱਖ ਕੇ ਮੱਥਾ ਟੇਕੋ। ਸਿੱਖਾਂ ਦਾ ਸਤਿਕਾਰ ਕਰਨਾ ਵੀ ਗੁਰੂ ਹਰਿ ਸਾਹਿਬ ਜੀ ਸਿਖਾਉਂਦੇ ਆ। ਗੁਰ ਸਿੱਖੀ ਭਾਣਾ ਮੰਨਿਆ, ਗੁਰ ਪੂਰਾ ਪਾਰ ਲੰਘਾਏ। ਗੁਰ ਸਿੱਖਾਂ ਕੀ ਹਰ ਧੂੜ ਦੇ, ਹਮ ਪਾਪੀ ਭੀ ਗਦ ਪਾਹੇ। ਗੁਰੂ ਹਰਿ ਸਾਹਿਬ ਜੀ ਕਹਿੰਦੇ ਭਾਈ ਭਗਤੂ ਜੀ ਨੂੰ ਵੀ ਨਮਸਕਾਰ ਕਰੋ। ਜੋ ਚੇਲੇ ਤੁਮ ਬਣੇ ਵਿਸ਼ੇਸ਼, ਜਿਨ੍ਹਾਂ ਦੇ ਕਰਕੇ ਤੁਸੀਂ ਵਿਸ਼ੇਸ਼ ਕਰਕੇ ਚੇਲੇ ਬਣੇ ਹੋ। ਸੋ ਮਾਨੇ ਇਸ ਬੰਸ ਹਮੇਸ਼, ਇਸ ਬੰਸ ਦਾ ਹਮੇਸ਼ਾ ਹੀ ਸਤਿਕਾਰ ਕਰਨਾ। ਸੁਨ ਸਤਿਗੁਰ ਤੇ ਭਇਓ ਨਿਹਾਲ, ਇਹ ਬਚਨ ਸੁਣ ਕੇ ਗੁਰੂ ਹਰਿ ਸਾਹਿਬ ਤੋਂ ਭਾਈ ਫੇਰੂ ਜੀ ਨਿਹਾਲ ਹੋ ਗਏ। ਕਦਮ ਪਦਮ ਸਮ ਧਰ ਕਰ ਭਾਲ, ਕਦਮ ਕਦਮ ਤੇ ਗੁਰੂ ਸਾਹਿਬ ਜੀ ਦੀ ਸਿੱਖਿਆ ਨੂੰ ਉਹ ਪਾਲਣਾ ਕਰਦੇ ਹਨ। ਪੁਨ ਭਗਤੂ ਪਦ ਬੰਦਨ ਕੀਨ, ਭਗਤੂ ਜੀ ਦੇ ਚਰਨਾਂ ਤੇ ਨਮਸਕਾਰ ਕੀਤੀ ਭਾਈ ਫੇਰੂ ਜੀ ਨੇ। ਭਇਓ ਨਾਮ ਫੇਰੂ ਜਗ ਚੀਨ, ਤੇ ਉਹਨਾਂ ਦਾ ਨਾਮ ਜਗਤ ਵਿੱਚ ਫੇਰੂ ਪ੍ਰਸਿੱਧ ਹੋਇਆ ਹੈ। ਕਾਰ ਦੇਗ ਕੀ ਲਈ ਸੰਭਾਲ, ਗੁਰੂ ਘਰ ਦੇ ਲੰਗਰ ਦੀ ਸੇਵਾ ਸੰਭਾਲ ਭਾਈ ਸਾਹਿਬ ਜੀ ਨੇ ਸੰਭਾਲ ਲਈ। ਘਰ ਬੇ ਲਗਿਓ ਆਹਾਰ ਵਿਸਾਲ, ਇਸ ਤਰੀਕੇ ਨਾਲ ਉਹ ਆਹਾਰ ਕਰਦੇ ਨੇ, ਲੰਗਰ ਵਰਤਾਉਂਦੇ ਹਨ। ਨੱਕੇ ਦੇ ਅੰਦਰ ਲਾਹੌਰ ਤੋਂ ਅੱਗੇ ਅਧਿਕ ਭਾਉ ਤੇ ਸਭ ਕੋ ਦੇਤ, ਬੜੇ ਪਿਆਰ ਨਾਲ ਜਿਹੜਾ ਵੀ ਕੀ ਆਉਂਦਾ ਉਹਨਾਂ ਨੂੰ ਪ੍ਰਸ਼ਾਦਾ ਛਕਾਉਂਦੇ ਤੇ ਨਾਲੇ ਪਿਆਰ ਨਾਲ ਕਹਿੰਦੇ ਪ੍ਰਸ਼ਾਦਾ ਜੀ ਵਾਹਿਗੁਰੂ, ਦਾਲ ਜੀ ਵਾਹਿਗੁਰੂ, ਸਬਜੀ ਜੀ ਵਾਹਿਗੁਰੂ, ਜਲ ਜੀ ਵਾਹਿਗੁਰੂ।
ਬੜੇ ਹੀ ਪਿਆਰ ਨਾਲ ਪ੍ਰਸ਼ਾਦਾ ਛਕਾਉਂਦੇ। ਤ੍ਰਿਪਤਾਵੇ ਬੋ ਖੁਸ਼ੀਆਂ ਲੇਤ, ਔਰ ਗੁਰਸਿੱਖਾਂ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ ਭਾਈ ਫੇਰੂ ਜੀ। ਆਪ ਲਗ ਜਿਹੇ ਸਮਾਦ ਤਿਸ ਕੇਰੀ, ਹੁਣ ਤੱਕ ਵੀ ਉਹਨਾਂ ਦੀ ਸਮਾਧ, ਉਹਨਾਂ ਦੇ ਅਸਥਾਨ ਤੇ ਸੰਗਤ ਜੀ ਚਲਹਿ ਦੇਖ ਦਿਨ ਰੈਨ ਬਡੇਰੀ। ਦਿਨ ਰਾਤ ਹੀ ਲੰਗਰ ਚੱਲਦਾ ਹੈ, ਗੁਰੂ ਕਾ ਲੰਗਰ ਤਿਆਰ ਹੁੰਦਾ ਹੈ। ਚੇਲੇ ਆਨਗਿਨ ਤਿਸ ਕੇ ਭਏ, ਭਾਈ ਫੇਰੂ ਜੀ ਦੇ ਅਨੇਕਾਂ ਹੀ ਚੇਲੇ ਬਣ ਗਏ। ਆਨਿਕ ਥਾਨ ਮੈਂ ਫੈਲਤ ਭਏ, ਉਹਨਾਂ ਨੇ ਗੁਰੂ ਹਰਿ ਸਾਹਿਬ ਜੀ ਦੇ ਸਮੇਂ ਗੁਰਸਿੱਖੀ ਦਾ ਬੜਾ ਹੀ ਪ੍ਰਚਾਰ ਕੀਤਾ ਹੈ। ਦਸਵੇਂ ਪਾਤਸ਼ਾਹੋ ਲਗ ਜੀਵਾ, ਦਸ਼ਮੇਸ਼ ਪਿਤਾ ਜੀ ਤੱਕ ਭਾਈ ਫੇਰੂ ਜੀ ਸੰਸਾਰ ਵਿੱਚ ਰਹੇ ਹਨ। ਧਨੀ ਵਿਸਾਲ ਦੇਗ ਕੋ ਥੀਵਾ, ਔਰ ਉਹਨਾਂ ਨੇ ਲੰਗਰ ਕਰ ਕਰਕੇ ਇੰਨਾ ਨਾਮ ਰੌਸ਼ਨ ਕੀਤਾ ਗੁਰੂ ਕਾ। ਕੁਛ ਪ੍ਰਸੰਗ ਆਗੇ ਇਸ ਕਹੋ, ਕੁਝ ਪ੍ਰਸੰਗ ਹਾਲੀ ਬਾਕੀ ਹੈ। ਜਿਸ ਬਿਦ ਸੁਨ ਸੰਤਨ ਤੇ ਲਹੋ, ਜਿਸ ਤਰੀਕੇ ਨਾਲ ਮੈਂ ਸੰਤ ਜਨਾਂ ਤੋਂ ਭਾਈ ਫੇਰੂ ਜੀ ਬਾਰੇ ਸੁਣਿਆ, ਸਾਧ ਸੰਗਤ ਜੀ ਸੁਣਿਓ, ਭਾਈ ਫੇਰੂ ਜੀ ਗੁਰੂ ਕੇ ਲੰਗਰ ਦੀ ਸੇਵਾ ਕਰਦੇ ਆ। ਤੇ ਗੁਰੂ ਕੇ ਲੰਗਰ ਵਿੱਚ ਸਾਡੇ ਬਜ਼ੁਰਗ ਦੱਸਦੇ ਕਿ ਜਦੋਂ ਪ੍ਰਸ਼ਾਦਾ ਤਿਆਰ ਹੋਣਾ, ਉੱਚੀ ਆਵਾਜ਼ ਦੇਣੀ, ਕਹਿਣਾ ਦੇਗ ਤਿਆਰ ਗੁਰ ਹੈ ਹੋਈ। ਆਵੋ ਸਿੱਖਾਂ ਨੂੰ ਉੱਚੀ ਆਵਾਜ਼ ਵਿੱਚ ਕਹਿਣਾ ਕਿ ਗੁਰੂ ਕੀ ਦੇਗ ਤਿਆਰ ਹੋ ਗਈ ਹੈ, ਜਿਸ ਨੇ ਪ੍ਰਸ਼ਾਦਾ ਛਕਣਾ ਆ ਕੇ ਛਕ ਲਵੋ। ਉਸ ਸਮੇਂ ਸੰਗਤ ਜੀ ਵੈਰੀ ਮਿੱਤਰਨ ਕੋ ਸਮਦੈ ਹੈ, ਨਾਹੀ ਤੋ ਲੰਗਰ ਮਸਤ ਬਤੈ ਹੈ। ਸਾਰਿਆਂ ਨੂੰ ਬਰਾਬਰ ਪ੍ਰਸ਼ਾਦਾ ਛਕਾਇਆ ਜਾਂਦਾ। ਤੇ ਜਦੋਂ ਗੁਰੂ ਗੋਬਿੰਦ ਸਿੰਘ ਜੀ ਦਾ ਸਮਾਂ ਆਇਆ, ਮਸੰਦ ਭ੍ਰਿਸ਼ਟ ਹੋ ਗਏ, ਦਸ਼ਮੇਸ਼ ਪਿਤਾ ਜੀ ਨੇ ਕਿਹਾ ਕਿ ਦਾੜੀਆਂ ਤੋਂ ਫੜ ਕੇ ਲਿਆਓ ਮਸੰਦਾਂ ਨੂੰ, ਉਹਨਾਂ ਦੇ ਕਰਮਾਂ ਦੀ ਸਜ਼ਾ ਦੇਣੀ ਆ। ਜਦੋਂ ਸੰਗਤ ਜੀ ਨੱਕੇ ਵਿੱਚ ਸਿੱਖ ਇਸ ਨੂੰ ਫੜਨ ਵਾਸਤੇ ਗਏ ਤੇ ਭਾਈ ਫੇਰੂ ਜੀ ਉਸ ਸਮੇਂ ਸਿਮਰਨ ਕਰ ਰਹੇ ਸਨ। ਜਾਂਦਿਆਂ ਹੀ ਜਿਹੜੀ ਉੱਥੇ ਸੰਗਤ ਸੀ ਕਹਿਣ ਲੱਗੇ, ਜੀ ਆਇਆਂ ਨੂੰ, ਆਓ ਗੁਰੂ ਕਾ ਲੰਗਰ ਤਿਆਰ ਹੈ, ਛਕੋ। ਜਦੋਂ ਭਾਈ ਫੇਰੂ ਜੀ ਬਾਰੇ ਸੁਣਿਆ ਕਿ ਸਿਮਰਨ ਕਰਦੇ ਰਹਿੰਦੇ ਨੇ, ਲੰਗਰ ਦੇ ਭਾਂਡੇ ਮਾਂਜਦੇ ਰਹਿੰਦੇ ਨੇ, ਲੰਗਰ ਵਰਤਾਉਣ ਦੀ ਸੇਵਾ, ਬਣਾਉਣ ਦੀ ਸੇਵਾ ਕਰਦੇ ਰਹਿੰਦੇ ਨੇ, ਜਿੰਨੀ ਸੰਗਤ ਦਸਵੰਧ ਦਿੰਦੀ ਹੈ ਸਾਰਾ ਖਰਚ ਕਰ ਦਿੰਦੇ ਨੇ, ਤੇ ਕੋਈ ਉਹਨਾਂ ਨੂੰ ਹੱਥ ਪਾਉਣ ਨੂੰ ਜੀ ਨਾ ਕਰੇ। ਬਚਨ ਸੀ ਕਿ ਇਹਨਾਂ ਨੂੰ ਪਕੜ ਕੇ ਲਿਆਉਣਾ ਦਾੜੀਆਂ ਤੋਂ। ਸੰਗਤ ਜੀ ਉਹਨਾਂ ਦੀ ਸੇਵਾ ਤੋਂ ਕੋਈ ਸਿੱਖ ਉਹਨਾਂ ਦੀ ਦਾੜੀ ਫੜਨ ਨੂੰ ਤਿਆਰ ਨਹੀਂ ਆ। ਭਾਈ ਫੇਰੂ ਜੀ ਆਪਣੀ ਹੱਥਾਂ ਦੇ ਨਾਲ ਆਪਣੀ ਦਾੜੀ ਫੜ ਕੇ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰ ਵਿੱਚ ਪੇਸ਼ ਹੋਏ। ਨਾਲ ਦੇ ਜਿਹੜਾ ਮੁਨੀਮ ਸੀ, ਸਤਿਗੁਰੂ ਜੀ ਦਾ ਖਜ਼ਾਨਚੀ ਸੀ, ਕਹਿਣ ਲੱਗਾ ਕਿ ਸਤਿਗੁਰੂ ਜੀ ਇੱਥੋਂ ਦਸਵੰਧ ਦੀ ਮਾਇਆ ਨਹੀਂ ਆਉਂਦੀ। ਗੁਰੂ ਤੇਗ ਬਹਾਦਰ ਸਾਹਿਬ ਜੀ ਤੱਕ ਤੇ ਕੁਝ ਮਾਇਆ ਆਈ ਹੈ, ਉਸ ਤੋਂ ਬਾਅਦ ਭਾਈ ਫੇਰੂ ਜੀ ਦੇ ਲੰਗਰ ਵਿੱਚੋਂ ਕੋਈ ਇੱਥੇ ਮਾਇਆ ਸਾਡੇ ਕੋਲ ਖਜ਼ਾਨੇ ਵਿੱਚ ਨਹੀਂ ਬੋਲਦੀ। ਗੁਰੂ ਗੋਬਿੰਦ ਸਿੰਘ ਜੀ ਅੰਤਰ ਧਿਆਨ ਹੋ ਕੇ ਦੇਖਿਆ ਤੇ ਅੱਖਾਂ ਖੋਲੀਆਂ, ਖੋਲ ਕੇ ਸਿੰਘਾਸਨ ਤੋਂ ਹੇਠਾਂ ਉਤਰੇ ਤੇ ਭਾਈ ਫੇਰੂ ਜੀ ਨੂੰ ਗਲ ਨਾਲ ਲਾ ਕੇ ਇਹ ਬਚਨ ਕਹਿ ਕਿ ਭਾਈ ਫੇਰੂ ਤੇਰੀ ਸੱਚੀ ਦਾੜੀ। ਉਹ ਦਾੜੀਆਂ ਸੱਚੀਆਂ ਹੁੰਦੀਆਂ ਜੀ ਜਿਹੜੀਆਂ ਗੁਰੂ ਦੀ ਕਾਰ ਕਮਾਉਂਦੀਆਂ। ਗੁਰੂ ਗੋਬਿੰਦ ਸਿੰਘ ਮਹਾਰਾਜ ਖੁਸ਼ ਹੋ ਕੇ ਕਹਿੰਦੇ, ਭਾਈ ਫੇਰੂ ਤੇਰੀ ਸੱਚੀ ਦਾੜੀ, ਭਾਈ ਫੇਰੂ ਤੇਰੀ ਸੇਵਾ ਗਾੜੀ, ਤੁਸੀਂ ਬੜੀ ਵਿਖਮ ਸੇਵਾ ਕੀਤੀ। ਜੋ ਕੁਝ ਵੀ ਸੰਗਤਾਂ ਨੇ ਤੁਹਾਨੂੰ ਅਰਪਣ ਕੀਤਾ ਸਾਰਾ ਲੰਗਰਾਂ ਤੇ ਖਰਚ ਕਰ ਦਿੱਤਾ, ਤੇ ਲੰਗਰ ਵੀ ਛਕਾਉਂਦੇ ਹੋ ਪ੍ਰੇਮ ਨਾਲ, ਸ਼ਰਧਾ ਨਾਲ। ਭਾਈ ਫੇਰੂ ਤੇਰੀ ਕਰਨੀ ਸਾਰੀ, ਤੁਹਾਡੀ ਇਸ ਕਰਨੀ ਨੂੰ ਨਮਸਕਾਰ, ਇਹ ਸ੍ਰੇਸ਼ਟ ਕਰਨੀ ਹੈ। ਭਾਈ ਫੇਰੂ ਜਗ ਤੁਲਹਾ ਭਾਰੀ, ਤੁਸੀਂ ਸੰਸਾਰ ਸਮੁੰਦਰ ਵਿੱਚ ਇੱਕ ਤੁਲਹਾ ਹੋ, ਇੱਕ ਬੇੜਾ ਹੋ,
ਜੋ ਲੋਕਾਂ ਦਾ ਮਾਰਗਦਰਸ਼ਨ ਕਰੇਗਾ ਕਿ ਸੇਵਾ ਕਿਵੇਂ ਕਮਾਈ ਜਾਂਦੀ ਆ, ਲੰਗਰ ਕਿਵੇਂ ਚਲਾਏ ਜਾਂਦੇ ਨੇ। ਭਾਈ ਫੇਰੂ, ਤੈਥੋਂ ਸਤਿਗੁਰੂ ਬਲਿਹਾਰੀ, ਤੇਰੇ ਤੋਂ ਸਤਿਗੁਰੂ ਸਦਕੇ ਜਾਂਦਾ, ਤੂੰ ਇੰਨੀ ਵੱਡੀ ਸੇਵਾ ਕਮਾਈ। ਜਦੋਂ ਸੁਣਿਆ ਤੇ ਸੰਗਤ ਜੀ ਵਚਨ ਕੀਤਾ, ਮੇਰੇ ਸੱਜਣਾ ਜੀ ਸਾਨੂੰ ਤੇਰੀ ਮਣੀ। ਗੁਰੂ ਗੋਬਿੰਦ ਸਿੰਘ ਜੀ ਸਾਨੂੰ ਤੇ ਤੁਹਾਡਾ ਪ੍ਰਵਾਸਾ। ਮੇਰੇ ਸੱਜਣਾ ਜੀ ਸਾਨੂੰ ਤੇਰੀ ਮਣੀ, ਨਿਮਾਣਿਆਂ ਦਾ ਤੂੰ ਮਾਨ ਸਦਾਵੇਂ, ਸਾਡੀ ਪੀਤਾਂਗ ਤਨੀ। ਤੈਂ ਜਿਹੜਾ ਮੈਂ ਕੋਈ ਨਾ ਡਿੱਠਾ, ਮੈਂ ਢੂੰਡੀ ਵਣੀ ਵਣੀ। ਫੇਰੂ ਜਾਣ ਸੱਜਣ ਤੋਂ ਵਾਰੀ, ਵਾਰੀ ਤਾਂ ਭਲੀ ਬਣੀ। ਸਤਿਗੁਰੂ ਗੁਰੂ ਹਰਿ ਸਾਹਿਬ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਤੱਕ ਭਾਈ ਫੇਰੂ ਜੀ ਨੇ ਸੇਵਾ ਕਮਾਈ। ਉਹ ਪ੍ਰਸੰਗ ਆਪ ਜੀ ਨੇ ਸਰਵਣ ਕੀਤਾ। ਗੁਰ ਇਤਿਹਾਸ ਦੀ ਵਿਚਾਰ ਕਰਦਿਆਂ ਹੋਈਆਂ ਬੇਸ਼ੁਮਾਰ ਭੁੱਲਾਂ ਆਪ ਜੀ ਨੇ ਖਿਮਾ ਕਰ ਦੇਣੀਆਂ। ਆਓ ਗੁਰ ਇਤਿਹਾਸ ਦੀਆਂ ਆਖਰੀ ਪੰਕਤੀਆਂ ਗੁਰਮੁਖਾਂ ਦੀ ਰਸਨਾ ਤੋਂ ਸਰਵਣ ਕਰੀਏ ਜੀ। ਦਸਵੇਂ ਪਾਤਸ਼ਾਹੋ ਲਗ ਜੀਵਾ, ਧਨੀ ਵਿਸਾਲ ਦੇਗ ਕੋ ਥੀਵਾ। ਕੁਛ ਪ੍ਰਸੰਗ ਆਗੇ ਇਸ ਕਹੋ, ਜਿਸ ਬਿਦ ਸੁਨ ਸੰਤਨ ਤੇ ਲਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।